ਵਾਹਿਗੁਰੂ ਜੀ। ਸਨਮਾਨਯੋਗ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਿੱਖ ਮਿਸ਼ਨ ਕਾ ਲੁਧਿਆਣਾ ਵੱਲੋਂ ਧਰਮ ਪ੍ਰਚਾਰ ਦੇ ਅਨੇਕਾਂ ਪ੍ਰੋਜੈਕਟ ਚੱਲਦੇ ਹਨ, ਜਿਨ੍ਹਾਂ ਵਿੱਚ ਖੁਲਵਾੜੀ ਮਾਸਿਕ ਪੱਤਰ, ਮੰਥਲੀ ਮੈਗਜ਼ੀਨ, 2 years ਕੋਰਸਪੋਂਡੈਂਸ ਕੋਰਸ, 2 ਸਾਲਾ ਕੋਰਸ ਆਨਲਾਈਨ, ਅਸੀਂ 2 ਸਾਲਾ ਕੋਰਸ ਬਾਈ ਪੋਸਟ ਡਾਕ ਰਾਹੀਂ, ਧਾਰਮਿਕ ਕਲਾਸਾਂ, ਲਿਟਰੇਚਰ, ਹੋਰ ਪ੍ਰੋਜੈਕਟ ਹਨ ਜੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਚਲਾਏ ਜਾ ਰਹੇ ਹਨ। ਇਹਨਾਂ ਵਿੱਚੋਂ ਇਹ ਪ੍ਰੋਜੈਕਟ ਹੈ ਆਨਲਾਈਨ ਗੁਰਮਤਿ ਕਲਾਸ ਦਾ, ਜੋ ਗੁਰੂ ਜੀ ਨੇ ਕਿਰਪਾ ਕਰਕੇ ਲਗਭਗ 3 ਸਾਲ ਪਹਿਲਾਂ ਇਹ ਕਲਾਸ ਸ਼ੁਰੂ ਕਰਵਾਈ ਔਰ ਆਪ ਜੀ ਦੇ ਸਹਿਯੋਗ ਨਾਲ ਇਹ ਕਲਾਸ ਲਗਾਤਾਰ ਚੱਲ ਰਹੀ ਹੈ। ਹਰ ਸੋਮਵਾਰ ਅਸੀਂ ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਜੋ ਜਵਾਬ ਪੈਨਲ ਮੈਂਬਰਸ ਨੂੰ ਸਹਿਮਤੀ ਬਣਦੀ ਹੈ ਉਹ ਆਪ ਜੀ ਨਾਲ ਸਾਂਝੇ ਕਰ ਦਿੱਤੇ ਜਾਂਦੇ ਹਨ। ਕੋਸ਼ਿਸ਼ ਹੁੰਦੀ ਹੈ ਜਵਾਬਾਂ ਦਾ ਆਧਾਰ ਸਿੱਖ ਰਹਿਤ ਮਰਿਆਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਂ ਵਿਦਵਾਨਾਂ ਦੀਆਂ ਪੁਸਤਕਾਂ ਜਿਹੜੀਆਂ ਪ੍ਰਵਾਨਿਤ ਮੰਨੀਆਂ ਜਾਂਦੀਆਂ ਹਨ, ਗੁਰੂ ਗ੍ਰੰਥ ਸਾਹਿਬ ਦਰਪਣ, ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼, ਗੁਰਮਤਿ ਮਾਰਤੰਡ, ਹੋਰ ਵੀ ਕਿਤਾਬਾਂ ਜਿਨ੍ਹਾਂ ਤੋਂ ਅਸੀਂ ਸੇਧ ਲੈ ਕੇ ਕੁਝ ਆਪ ਜੀ ਨਾਲ ਵਿਚਾਰ ਸਾਂਝੇ ਕਰਦੇ ਹਾਂ। ਤੋ ਸੈਸ਼ਨ ਦੀ ਸੇਵਾ ਨਿਭਾਉਂਦੇ ਹਨ ਵੀਰ ਰਾਜਾ ਸਿੰਘ ਜੀ। ਬੇਨਤੀ ਕਰਦਾ ਹਾਂ ਵੀਰ ਜੀ ਕਿਰਪਾ ਕਰੋ, ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਆਪ ਜੀ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬੰਦ ਹੋ ਗਿਆ ਸੀ ਜੀ, ਸੌਰੀ। ਹਾਂਜੀ, ਤੋ ਸੰਗਤ ਜੀ, ਅੱਜ ਸਵਾਲ ਜਵਾਬ ਦਾ ਸੈਸ਼ਨ ਹੈ। ਆਪ ਜੀ ਵੱਲੋਂ ਭੇਜੇ ਸਵਾਲਾਂ ਦੇ ਜਵਾਬ ਲੈ ਕੇ ਪੈਨਲ ਆਪ ਦੀ ਖਿਦਮਤ 'ਚ ਹਾਜ਼ਰ ਹੈ। ਤੋ ਸਭ ਤੋਂ ਪਹਿਲਾਂ ਪੈਨਲ ਮੈਂਬਰ ਆਪ ਜੀ ਨਾਲ ਫਤਿਹ ਸਾਂਝੀ ਕਰਨਗੇ। ਮੈਂ ਬੇਨਤੀ ਕਰ ਰਿਹਾ ਸਰਦਾਰ ਫੂਲਾ ਸਿੰਘ ਜੀ। ਹਾਂਜੀ, ਸਾਹਿਬ ਫੂਲਾ ਸਿੰਘ ਜੀ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ। ਸਰਦਾਰ ਇੰਦਰਬੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਮਨਵਿੰਦਰਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ 3 ਮੈਂਬਰਸ ਛੁੱਟੀ ਤੇ ਨੇ ਜੀ, ਖਿਮਾ ਕਰਨਾ। ਤੋ ਆਪਾਂ ਸ਼ੁਰੂ ਕਰਦੇ ਹਾਂ ਸੰਗਤ ਜੀ। ਵੱਖ-ਵੱਖ ਵਿਸ਼ਿਆਂ ਤੇ ਸਵਾਲ ਆਪ ਜੀ ਨੇ ਭੇਜੇ ਹਨ। ਤੋ ਕਾਫੀ ਸਵਾਲ ਜਿਹੜੇ ਨੇ ਉਹ ਮਤਲਬ ਹੈ ਵੀ ਸਾਨੂੰ ਕਈ ਵਾਰ ਨਵੇਂ ਸਵਾਲ ਮਿਲਦੇ ਨੇ, ਬੜੀ ਚੰਗੀ ਗੱਲ ਹੈ, ਉਸ ਪਾਸੇ ਸਾਡਾ ਧਿਆਨ ਜਾਂਦਾ। ਤੋ ਸਭ ਤੋਂ ਪਹਿਲਾਂ ਆਪਾਂ ਸਵਾਲ ਸ਼ੁਰੂ ਕਰਦੇ ਹਾਂ। ਇਹ ਪਿਛਲੇ ਹਫਤੇ ਪੈਂਡਿੰਗ ਰਹਿ ਗਿਆ ਸੀਗਾ। ਇਹ ਭੈਣ ਜੀ ਚਰਨਜੀਤ ਕੌਰ ਦਾ ਸ਼ਾਇਦ ਸਵਾਲ ਸੀਗਾ। ਪ੍ਰਭ ਹਰਮੰਦਰ ਸੋਹਣਾ, ਇਹ ਗੁਰਬਾਣੀ ਦੀ ਤੁਕ ਹੈ। ਉਹਦੇ 'ਚ ਪੁੱਛਦੇ ਨੇ ਭੈਣ ਜੀ ਕਿ ਕੀ ਤੀਸਰੇ ਪਾਤਸ਼ਾਹ ਨੇ ਸਰੀਰ ਨੂੰ ਹਰਮੰਦਰ ਕਿਹਾ ਜਾਂ ਕਿਸੇ ਅਸਥਾਨ ਨੂੰ ਹਰਮੰਦਰ ਕਿਹਾ? ਬੇਨਤੀ ਹੈ ਡਾਕਟਰ ਤੇਜਿੰਦਰ ਸਿੰਘ ਜੀ, ਇਹਦੇ ਬਾਰੇ ਸਾਨੂੰ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭ ਹਰਮੰਦਰ ਸੋਹਣਾ, ਇਹ ਜਿਹੜਾ ਵਿਚਾਰ ਹੈ, ਇਹਦੇ ਤੇ ਸਵਾਲ ਦਾ ਜਿਹੜਾ ਮੁੱਦਾ ਹੈ ਉਹ ਇੱਥੇ ਆ ਕੇ ਸ਼ਾਇਦ ਰੁਕ ਜਾਂਦਾ ਹੈ ਕਿ ਦਰਬਾਰ ਸਾਹਿਬ ਨੂੰ ਹਰਮੰਦਰ ਕਿਹਾ ਗਿਆ ਹੈ। ਇੱਥੇ ਜਿਹੜੇ ਹੋਰ ਤੱਥ ਨੇ ਉਹ ਵਿਚਾਰ ਕਰਨ ਦੀ ਲੋੜ ਨਹੀਂ ਹੈ। ਅਸੀਂ ਸਿਰਫ ਗੁਰਬਾਣੀ ਦਾ ਹੀ ਆਊਟ ਆਸਰਾ ਲਵਾਂਗੇ ਜੋ ਕਿ ਲੈਂਦੇ ਆਏ ਹਾਂ, ਜੋ ਕਿ ਸਰਵ ਪ੍ਰਵਾਨ ਹੈ।
ਤੋ ਗੁਰਬਾਣੀ ਦੇ ਵਿੱਚ ਹਰਿਮੰਦਰ ਸਾਹਿਬ ਦੀ ਜਿਹੜੀ ਰਚਨਾ ਹੈ ਪੰਜਵੇਂ ਪਾਤਸ਼ਾਹ ਨੇ ਕੀਤੀ, ਦਰਬਾਰ ਸਾਹਿਬ ਦੀ ਰਚਨਾ ਮੈਂ ਕਹਾਂਗਾ। ਤੇ ਸ਼ਰਧਾ ਵਸ ਜਾਂ ਰਿਵਾਇਤਨ ਹਰਿਮੰਦਰ ਸਾਹਿਬ ਜਾਂ ਸੱਚਖੰਡ ਕਹੇ ਜਾਣਾ ਇੱਕ ਪ੍ਰਥਾ ਹੈ ਇੱਥੇ ਦੀ, ਪਰ ਹਰਿਮੰਦਰ ਸ਼ਬਦ ਜਿਹੜਾ ਹੈ ਇਹਨੂੰ ਗੁਰਬਾਣੀ ਦੇ ਵਿਚਾਰ ਨਾਲ ਅਸੀਂ ਸਾਹਮਣੇ ਰੱਖਾਂਗੇ। ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਸ਼ੁਰੂ ਕਰਦੇ ਹਾਂ। ਗੁਰੂ ਨਾਨਕ ਸਾਹਿਬ ਮਲਾਰ ਮਹੱਲਾ ਪਹਿਲਾ 1256 ਪੰਨਾ। ਕਾਇਆ ਮਹਿਲ ਮੰਦਰ ਹਰ ਕਾ, ਇਸ ਮੈਂ ਰਾਖੀ ਜੋਤ ਅਪਾਰ। ਇੱਥੇ ਕਾਇਆ ਜੋ ਹੈ ਉਸ ਨੂੰ ਪ੍ਰਭੂ ਦਾ ਮੰਦਰ, ਪ੍ਰਭੂ ਦਾ ਮਹਿਲ ਕਿਹਾ ਗਿਆ ਹੈ। ਫਿਰ ਸ਼ਬਦ ਹੈ ਹਰ ਮੰਦਰ ਆਵੇ ਜਾ ਪ੍ਰਭ ਆਵੇ, ਤਨ ਉਭੀ ਗੁਣਸਾਰੀ। ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹ ਜੀਵ ਇਸਤਰੀ ਦੇ ਹਿਰਦੇ ਵਿੱਚ ਆ ਵਸਦਾ ਹੈ। ਇੱਥੇ ਸ਼ਬਦ ਜਿਹੜਾ ਹੈ ਹਰ ਮੰਦਰ ਜਿਹੜਾ ਵਰਡ ਹੈ ਉਹ ਹਿਰਦੇ ਵਾਸਤੇ ਵਰਤਿਆ ਗਿਆ ਹੈ। ਸਾਕਤ ਠੌਰ ਨਹੀਂ ਹਰ ਮੰਦਰ, ਜਨਮ ਮਰੈ ਦੁੱਖ ਪਾਇਆ ਮਾਰੂ ਮਹੱਲਾ ਪਹਿਲਾ। ਮੈਂ ਗੁਰੂ ਨਾਨਕ ਸਾਹਿਬ ਦੀ ਬਾਣੀ ਲੈ ਰਿਹਾ ਜੀ। ਅਰਥਾਤ ਮਾਇਆ ਵਿਹੜੇ ਪ੍ਰਾਣੀ ਨੂੰ ਸੋਝੀ ਨਹੀਂ ਹੁੰਦੀ ਕਿ ਉਸਦੇ ਅੰਦਰ ਪ੍ਰਭੂ ਦਾ ਵਾਸਾ ਹੈ। ਹਰ ਕਾ ਮੰਦਰ ਸੋਹਣਾ ਕੀਆ ਕਰਨਾ ਹਾਰ। ਸਰੀਰ ਹਰੀ ਦਾ ਮੰਦਰ ਹੈ, ਰਚਨਹਾਰੇ ਪ੍ਰਭੂ ਨੇ ਆਪ ਹੀ ਬਣਾਇਆ ਹੈ। ਫਿਰ ਆ ਗਿਆ ਜੀ ਰਾਮਕਲੀ ਮਹੱਲਾ ਪਹਿਲਾ। ਹਰ ਕਾ ਮੰਦਰ ਸਰੀਰ ਅਤ ਸੋਹਣਾ। ਸਪਸ਼ਟ ਲਿਖਿਆ ਹੈ ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦ੍ਰਿੜ। ਫਿਰ ਆ ਗਿਆ ਜੀ ਰਾਮਕਲੀ ਮਹੱਲਾ ਪਹਿਲਾ ਪੰਨਾ 952। ਹਰ ਕਾ ਮੰਦਰ ਆਖੀਐ ਕਾਇਆ ਕੋਟ ਗੜ। ਕਾਇਆ ਤੋਂ ਭਾਵ ਫਿਰ ਸਰੀਰ ਹੈ। ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ। ਮਾਨਸ ਦੇ ਗੁਰਬਚਨੀ ਪਾਇਆ, ਸਭ ਆਤਮ ਰਾਮ ਪਛਾਤਾ। ਭਾਵ ਸਾਰੇ ਸਰੀਰ ਹੀ ਹਰਮੰਦਰ ਦੇ ਨਿਵਾਸ ਘਰ ਹਨ। ਅਸਲ ਸਰੀਰ ਹਰਮੰਦਰ ਹੈ ਜਿਸ ਰਾਹੀਂ ਪ੍ਰਭੂ ਦੀ ਪਛਾਣ ਕੀਤੀ ਜਾ ਸਕੇ। ਇਹ ਸੀ ਗੁਰੂ ਨਾਨਕ ਸਾਹਿਬ ਦੇ ਪ੍ਰਵਾਨ। ਹੁਣ ਬਾਣੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ। ਇੱਕੋ ਹੀ ਸ਼ਬਦ ਦਾ ਹਵਾਲਾ ਲਵਾਂਗੇ ਸਾਧ ਸੰਗਤ ਜੀ। ਸ਼ਬਦ ਹੈ ਗੁਰ ਪ੍ਰਸਾਦੀ ਵੇਖ ਤੂੰ ਹਰਮੰਦਰ ਤੇਰੇ ਨਾਲ ਪ੍ਰਭਾਤੀ, ਮਹਲਾ ਤੀਜਾ ਵਿਭਾਸ। ਇਹ ਸ਼ਬਦ ਦੇ ਵਿੱਚ ਹਰਮੰਦਰ ਸ਼ਬਦ ਜਿਹੜਾ ਲਫ਼ਜ਼ ਹੈ ਇਹ 11 ਵਾਰ ਇਸਤੇਮਾਲ ਹੋਇਆ ਜੀ ਇਸੇ ਸ਼ਬਦ ਦੇ ਵਿੱਚ। ਤੋ ਇਹ ਸਾਰਾ ਸ਼ਬਦ ਮੈਂ ਵਿਸਥਾਰ ਚ ਨਹੀਂ ਪੜ੍ਹ ਰਿਹਾ, ਸਮੇਂ ਦੀ ਨਜ਼ਾਕਤ ਹੈ। ਮੈਂ ਵਿੱਚ ਜਿਹੜੀ ਇੰਪੋਰਟੈਂਟ ਮਹਾਰਾਜ ਦਾ ਹੁਕਮ ਹੈ ਉਹਨੂੰ ਰੈਫਰ ਕਰਾਂਗਾ। ਗੁਰ ਪ੍ਰਸਾਦੀ ਵੇਖ ਤੂੰ ਹਰਮੰਦਰ ਤੇਰੇ ਨਾਲ, ਹਰਮੰਦਰ ਸ਼ਬਦੇ ਖੋਜੀਐ ਹਰ ਨਾਮੋ ਲਿਹ ਸਮਾਦ। ਇੱਥੇ ਹਰਮੰਦਰ ਤੇਰੇ ਨਾਲ ਮਤਲਬ ਤੇਰੇ ਅੰਦਰ ਮਤਲਬ ਕਾਇਆ ਦੇ ਸਰੀਰ ਦੇ ਅੰਦਰ। ਅੱਗੇ ਹੈ ਜੀ ਸੱਚੀ ਮਨ ਮੇਰੇ ਸ਼ਬਦ ਰੁਪੈ ਰੰਗ ਹੋਏ। ਇਹ ਰਹਾਉ ਦੀ ਤੁਕ ਹੈ ਜੀ। ਸੱਚੀ ਭਗਤ ਸੱਚਾ ਹਰਮੰਦਰ ਪ੍ਰਗਟੀ ਸਾਚੀ ਸੋਏ। ਹਰਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਹਰਮੰਦਰ ਇਹ ਸਰੀਰ ਹੈ। ਇੱਥੇ ਵੀ ਗੁਰੂ ਮਹਾਰਾਜ ਨੇ ਸਪਸ਼ਟ ਇਸ਼ਾਰਾ ਕੀਤਾ ਹੈ ਮਨਮੁਖ ਮੂਲ ਨਾ ਜਾਣੇ ਮਾਨਸ ਹਰਮੰਦਰ ਨਾ ਹੋਏ। ਜਿਹੜੇ ਮਨਮੁਖ ਨੇ, ਪ੍ਰਭੂ ਦੇ ਟੁੱਟੇ ਨੇ, ਉਹਨਾਂ ਨੂੰ ਇਸ ਹਰਮੰਦਰ ਦਾ ਅਹਿਸਾਸ ਨਹੀਂ ਹੁੰਦਾ, ਪਰ ਹਰਮੰਦਰ ਇਸ ਸਰੀਰ ਦੇ ਅੰਦਰ ਪ੍ਰਭੂ ਦਾ ਵਾਸਾ ਹੈ। ਹਰਮੰਦਰ ਹਰ ਜਿਉ ਸਾਜਿਆ ਰੱਖਿਆ ਹੁਕਮ ਸਵਾਰ। ਪ੍ਰਭੂ ਨੇ ਇਸ ਹਰਮੰਦਰ ਦੇ ਵਿੱਚ ਆਪਣੇ ਆਪ ਨੂੰ ਸਾਜਿਆ ਹੋਇਆ ਹੈ। ਉਸਦੇ ਹੁਕਮ ਵਿੱਚ ਇਹ ਹਰਮੰਦਰ ਜਿਹੜਾ ਹੈ ਲੇਖਾਂ ਵਿੱਚ ਲਿਖੇ ਅਨੁਸਾਰ ਬਣਿਆ ਹੈ। ਤੁਰਲੇਖ ਲਿਖਿਆ ਕਮਾਵਣਾ ਕੋਈ ਨਾ ਮਿਟਣ ਹਾਰ। ਤੋ ਇਸ ਕਰਕੇ ਇੱਥੇ ਵੀ ਸਰੀਰ ਸ਼ਬਦ ਹੈ ਜੀ। ਸ਼ਬਦ ਚੀਨ ਸੁਖ ਪਾਇਆ ਸੱਚੇ ਨਾਏ ਪਿਆਰ, ਹਰਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਪਾਰ। ਇੱਥੇ ਕੰਚਨ ਕੋਟ ਜਿਹੜਾ ਸ਼ਬਦ ਹੈਗਾ ਇੱਥੇ ਵੀ ਸਰੀਰ ਨੂੰ ਰੈਫਰ ਕੀਤਾ ਗਿਆ ਹੈ। ਹਰਮੰਦਰ ਇਹ ਜਗਤ ਹੈ ਗੁਰਬਿਨ ਘੋਰੰਦਾਰ। ਇੱਥੇ ਇੱਕ ਸ਼ਬਦ ਜਗਤ ਆਇਆ ਹੈ। ਇੱਥੇ ਮਹਾਰਾਜ ਦਾ ਕਹਿਣਾ ਇਹ ਹੈ ਕਿ ਜਗਤ ਦੇ ਕਣ ਵਿੱਚ ਪ੍ਰਭੂ ਹੈ ਤੇ ਸਾਰਾ ਜਗਤ ਹਰਮੰਦਰ ਹੈ। ਪ੍ਰਭੂ ਦੀ ਹੋਂਦ ਦੇ ਨਾਲ ਇੱਥੇ ਵੀ ਜੁੜਿਆ ਗਿਆ ਹੈ। ਫਿਰ ਅੱਗੇ ਇਸ ਤੇ ਜੇ ਹੋਰ ਇੱਕ ਲਾਈਨ ਮੈਂ ਛੱਡ ਕੇ ਬੋਲਾਂਗਾ ਜੀ। ਇੱਕ ਲਾਈਨ ਆਉਂਦੀ ਹੈ ਇਸੇ ਸ਼ਬਦ ਦੇ ਵਿੱਚ ਹਰਮੰਦਰ ਮੈਂ ਨਾਮ ਨਿਧਾਨ ਹੈ। ਫਿਰ ਆਉਂਦੀ ਹੈ ਹਰਮੰਦਰ ਹਰ ਕਾ ਹਾਟ ਹੈ। ਫਿਰ ਆਉਂਦੀ ਹੈ ਹਰਮੰਦਰ ਮੈਂ ਮਨ ਲੋਟ ਹੈ। ਹਰਮੰਦਰ ਮੈਂ ਹਰ ਵਸੈ ਸਰਮ ਨਿਰੰਤਰ ਸੋਏ। ਇਹ ਨਿਰੰਤਰ ਪ੍ਰਭੂ ਦਾ ਵਾਸਾ ਹੈ। ਇਹ ਸਾਰੇ ਜਿਹੜੇ ਸ਼ਬਦ ਦੇ ਵਿਆਖਿਆ ਹੈ ਇਹ ਹਰਮੰਦਰ ਵੀ ਮਤਲਬ ਪ੍ਰਭੂ ਦੇ ਅੰਦਰ ਹੋਂਦ ਦਾ ਅਹਿਸਾਸ ਦਿਵਾਨਾ ਹੈ ਔਰ ਉਸਦੀ ਯਾਦ ਉਸਦੇ ਨਾਮ ਦੇ ਨਾਲ ਜੁੜੇ ਰਹਿਣ ਵਾਸਤੇ ਮਹਾਰਾਜ ਨੇ ਉਪਦੇਸ਼ ਕੀਤਾ ਹੈ। ਗੁਰੂ ਰਾਮਦਾਸ ਪਾਤਸ਼ਾਹ ਦੇ ਵੀ ਇੱਕ ਦੋ ਸ਼ਬਦ ਲੈ ਲਈਏ। ਜਿਤ ਗ੍ਰਹਿ ਮੰਦਰ ਹਰ ਹੋਤ ਜਾਸ, ਤਿਤ ਘਰ ਆਨੰਦੋ ਆਨੰਦ ਭਜ ਰਾਮ ਰਾਮ ਰਾਮ। ਜਿਸ ਸਰੀਰ ਘਰ ਵਿੱਚ ਹਰੀ ਦੀ ਸਿਫਤ ਹੁੰਦੀ ਹੈ ਉਹ ਸਰੀਰ ਮੰਦਰ ਆਤਮਕ ਖੇੜਾ ਬਣਿਆ ਰਹਿੰਦਾ ਹੈ। ਜਿਸ ਸਰੀਰ ਦੇ ਵਿੱਚ ਪ੍ਰਭੂ ਦੇ ਨਾਮ ਦੀ ਸਿਫਤ ਸਲਾਹ ਹੁੰਦੀ ਹੈ ਉਸ ਸਰੀਰ ਦੇ ਵਿੱਚ, ਉਸ ਮੰਦਰ ਦੇ ਵਿੱਚ ਆਤਮਕ ਖੇੜਾ ਬਣਿਆ ਰਹਿੰਦਾ ਹੈ।
ਕਾਇਆ ਨਗਰ ਵਸਿਓ ਹਰ ਘਰ ਮੰਦਰ। ਪ੍ਰਭਾਤੀ ਚ ਹੈ ਜੀ। ਕਾਇਆ ਨਗਰ ਵਸਿਓ ਘਰ ਮੰਦਰ, ਜਪ ਸ਼ੋਭਾ ਗੁਰਮੁਖ ਕਰ ਪਫਾ, ਹਲਤ ਪਲਤ ਜਨ ਭਏ ਸੁਹੇਲੇ, ਮੁਖ ਉਜਲ ਗੁਰਮੁਖ ਤਰਫਾ। ਸਰੀਰ ਮੰਦਰ ਵਿੱਚ ਹਰੀ ਵਸਦਾ ਹੈ, ਪਰ ਗੁਰੂ ਸਨਮੁਖੀਏ ਹੀ ਹਰੀ ਦੀ ਸ਼ੋਭਾ ਕਰਦੇ ਹਨ। ਐਸੇ ਗੁਰਮੁਖ ਲੋਕ ਪਰਲੋਕ ਵਿੱਚ ਉਜਲ ਮੁਖ ਨਾਲ ਸੁਖੀ ਰਹਿੰਦੇ ਹਨ ਤੇ ਭਵ ਸਾਗਰ ਤਰ ਜਾਂਦੇ ਹਨ। ਗੁਰੂ ਅਰਜਨ ਸਾਹਿਬ ਦੇ ਵੀ ਇੱਕ ਦੋ ਲਾਈਨਾਂ ਮੈਂ ਲੈ ਕੇ ਤੇ ਸਮਾਪਤੀ ਵੱਲ ਆਵਾਂਗਾ ਜੀ। ਹਰਮੰਦਰ ਹਰ ਜਿਉ ਸਾਜਿਆ ਮੇਰੇ ਲਾਲ ਜੀਓ, ਹਰ ਤਿਸ ਮੈਂ ਰਹਿਆ ਸਮਾਏ ਰਾਮ। ਇਹਨਾਂ ਸ਼ਬਦਾਂ ਨਾਲ ਜਿਹੜੇ ਕਥਾਕਾਰ ਨੇ ਉਹ ਸੰਗਤਾਂ ਨੂੰ ਭੁਲੇਖੇ ਚ ਪਾਉਂਦੇ ਨੇ। ਸ਼ਬਦ ਦੇ ਅਰਥ ਇਸ ਤਰ੍ਹਾਂ ਨੇ, ਹਰਮੰਦਰ ਹਰੀ ਸਾਜਿਆ ਭਾਵ ਤੀਸਰੇ ਪਾਤਸ਼ਾਹ ਵੱਲੋਂ ਲਿਖੀ ਇਸ ਪੰਕਤੀ ਵਿੱਚ ਵੀ ਇਹ ਕਿਹਾ ਗਿਆ ਹੈ, ਇਹ ਤੇਰੀ ਕਾਇਆ, ਇਹ ਤੇਰਾ ਸਰੀਰ ਪ੍ਰਭੂ ਦਾ ਆਪਣਾ ਸਾਜਿਆ ਹੋਇਆ ਹੈ। ਹਰ ਜਪੇ ਹਰਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਉਸ ਪ੍ਰਭੂ ਨੇ ਇਸ ਨੂੰ ਸਾਜਿਆ ਹੈ ਤੇ ਜਿਹੜੇ ਸੰਤ ਭਗਤ ਹਨ ਉਹ ਉਸ ਦੀ ਅੰਦਰ ਕਰਦੇ ਰਹਿੰਦੇ ਹਨ। ਹਰ ਕਾ ਮੰਦਰ ਤਿਸਮੈ ਲਾਲ, ਗੁਰ ਖੋਲਿਆ ਪੜਦਾ ਦੇਖ ਬਈ ਨਿਹਾਲ। ਸਾਰੇ ਜਿਹੜੇ ਸ਼ਬਦ ਹਨ ਇਹ ਹਿਰਦੇ ਨਾਲ ਜਾਂ ਸਰੀਰ ਨਾਲ ਸੰਬੋਧਿਤ ਕੀਤੇ ਗਏ ਹਨ। ਇਸ ਲਈ ਗੁਰਬਾਣੀ ਅਨੁਸਾਰ ਹਰਮੰਦਰ ਕਿਸੇ ਇਮਾਰਤ ਦਾ ਨਾਂ ਨਾ ਹੋ ਕੇ ਸਰੀਰ ਦਾ ਟਿਕਾਣਾ ਵਿਸ਼ੇਸ਼ ਕਰ ਮੰਨਿਆ ਗਿਆ ਹੈ। ਇੱਕ ਥਾਂ ਤੇ ਜਗਤ ਮੰਨਿਆ ਜਾਂਦਾ ਹੈ, ਇੱਕ ਦੋ ਥਾਂ ਤੇ ਹਿਰਦੇ ਨਾਲ ਵੀ ਇਸ ਨੂੰ ਸੰਬੋਧਨ ਕੀਤਾ ਗਿਆ ਹੈ। ਭੁਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸੰਗਤ ਜੀ, ਡਾਕਟਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿਤਨੀਆਂ ਹੀ ਤੁਕਾਂ ਪੜ੍ਹ ਕੇ ਸਾਨੂੰ ਸੁਣਾਈਆਂ, ਔਰ ਅਰਥ ਇਹੀ ਨਿਕਲਦਾ ਹੈ ਕਿ ਇਹ ਸਾਡਾ ਸਰੀਰ ਜਿਹੜਾ ਹੈ ਇਹਦੇ ਅੰਦਰ ਪਰਮਾਤਮਾ ਦਾ ਵਾਸ ਹੈ, ਇਹੀ ਹਰੀ ਮੰਦਰ। ਲੋੜ ਤਾਂ ਇਹ ਹੈ ਵੀ ਅਸੀਂ ਇਹ ਅਹਿਸਾਸ ਕਰੀਏ ਕਿ ਸਾਡਾ ਸਰੀਰ ਹਰੀ ਦਾ ਮੰਦਰ ਹੈ। ਅਸੀਂ ਗਲਤ ਕੰਮ ਕਰਦੇ ਹਾਂ, ਇਹਦਾ ਮਤਲਬ ਇਹ ਹੈ ਕਿ ਸਾਨੂੰ ਇਹ ਭੁੱਲ ਜਾਂਦਾ ਕਿ ਸਰੀਰ ਹਰੀ ਦਾ ਮੰਦਰ ਹੈ। ਜੇ ਹਰੀ ਦਾ ਮੰਦਰ ਹੈ ਫਿਰ ਤਾਂ ਸਾਨੂੰ ਬਿਲਕੁਲ ਹਰ ਕੰਮ ਦਰੁਸਤ, ਠੀਕ, ਦਿਆਨਤਦਾਰੀ, ਇਮਾਨਦਾਰੀ ਨਾਲ ਕਰਨਾ ਚਾਹੀਦਾ। ਲੋੜ ਹੈ ਅੱਜ ਦੇ ਸਵਾਲ ਤੋਂ ਸਿੱਖਿਆ ਲੈਣ ਦੀ। ਤੋ ਮੈਂ ਜਿੱਥੇ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ, ਮੈਂ ਸਮਝਦਾ ਵੀ ਸਵਾਲ ਇਸ ਕਰਕੇ ਆਇਆ ਕਿ ਸਿੱਖ ਪੰਥ ਦੇ ਇੱਕ ਨਾਮਵਰ ਕਥਾਕਾਰ, ਉਹਨਾਂ ਨੇ ਪਿਛਲੇ ਮਹੀਨੇ ਕਥਾ ਕਰਦਿਆਂ ਇਹ ਗੱਲ ਕਹਿ ਦਿੱਤੀ ਸੀ ਕਿ ਦੇਖੋ ਹਰਮੰਦਰ ਸਾਹਿਬ ਜਿਹੜਾ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਬਣੇ, ਉਹਦੇ ਨਾਲ ਉਹਨੂੰ ਰਿਲੇਟ ਕਰਤਾ ਸੀ ਵੀ ਦੇਖੋ ਗੁਰਬਾਣੀ 'ਚ ਵੀ ਇਹਦਾ ਜ਼ਿਕਰ ਆਇਆ, ਜੋ ਕਿ ਗੱਲ ਠੀਕ ਨਹੀਂ ਉਤਰਦੀ। ਔਰ ਪਹਿਲਾਂ ਵੀ ਇਹੋ ਜਿਹੇ ਕਨਫਿਊਜ਼ਨ ਆਏ ਸੀਗੇ ਤੇ ਇਸੇ ਕਰਕੇ ਮੈਨੂੰ ਲੱਗਦਾ ਭੈਣ ਜੀ ਦਾ ਸਵਾਲ ਵੀ ਸ਼ਾਇਦ ਉੱਥੋਂ ਹੀ ਨਿਕਲਿਆ, ਪਰ ਸਾਨੂੰ ਡਾਕਟਰ ਸਾਹਿਬ ਨੇ ਕਲੀਅਰ ਕਰਤਾ। ਧੰਨਵਾਦ ਜੀ। ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ ਜਿਸ ਵੇਲੇ ਕਈਆਂ ਅੱਖਰਾਂ ਦੇ ਅਖੀਰ ਤੇ ਟਿੱਪੀ ਪਈ ਹੁੰਦੀ। ਜੇ ਆਪਾਂ ਨਿਤਨੇਮ ਦੀ ਬਾਣੀ ਜਿਹੜਾ ਜਾਪ ਸਾਹਿਬ ਹੈ ਉਹਦੇ ਚ ਟਿੱਪੀਆਂ ਵਾਲੇ ਬਹੁਤ ਸਾਰੇ ਸ਼ਬਦ ਨੇ। ਸ਼ਲੋਕ ਸੰਸਕ੍ਰਿਤੀ ਵਿੱਚ ਵੀ ਟਿੱਪੀਆਂ ਵਾਲੇ ਸ਼ਬਦ ਨੇ। ਤਾਂ ਸਵਾਲ ਕਰਤਾ ਇਹ ਪੁੱਛਦੇ ਨੇ ਕਿ ਸ਼ਲੋਕ ਸੰਸਕ੍ਰਿਤੀ ਦੇ ਸੰਦਰਭ ਵਿੱਚ ਇਹ ਦੱਸੋ ਬਈ ਜਿਹੜਾ ਅਖੀਰ ਤੇ ਅੱਖਰ ਤੇ ਟਿੱਪੀ ਆ ਜਾਏ ਉਹਦਾ ਉਚਾਰਨ ਕਿਸ ਤਰ੍ਹਾਂ ਕਰਨਾ। ਲੋ ਜੀ, ਇਹਦਾ ਉੱਤਰ ਦੇਣਗੇ ਭੈਣ ਮਨਿੰਦਰ ਕੌਰ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ। ਇਹ ਵਾਲਾ ਸਵਾਲ ਐਕਚੁਅਲੀ ਅਸੀਂ ਇੱਕ ਹਫ਼ਤਾ ਪਹਿਲੇ ਕੀਤਾ ਸੀ, ਪਰ ਫਿਰ ਤੋਂ ਆਇਆ ਤੇ ਮੈਂ ਫਿਰ ਉਸ ਤੋਂ ਥੋੜਾ ਡਿਸਪਲੇ ਕਰਕੇ ਕਰਵਾ ਰਹੀ ਹਾਂ। ਵੀਰ ਜੀ ਡਿਸਪਲੇ ਕਰ ਰਹੇ ਹਨ। ਵੀਰ ਜੀ ਪਹਿਲੇ ਥੱਲੇ ਲਿਆਓ ਵਰਗ ਦੇ ਉੱਤੇ, ਵੀਰ ਜੀ ਹਾਂਜੀ, ਹੋਰ ਥੱਲੇ। ਹਾਂਜੀ, ਜਿਸ ਤਰ੍ਹਾਂ ਕਿ ਅਸੀਂ 35 ਅੱਖਰੀ ਵਿੱਚ ਦੇਖਦੇ ਹਾਂ ਕਿ ਉਹਦੇ ਵਿੱਚ 8 ਵਰਗ ਹਨ ਤੇ ਉਹਨਾਂ ਵਿੱਚੋਂ ਜਿਹੜੇ ਵਰਗ ਵਿੱਚ ਅਖੀਰ ਵਿੱਚ ਨਾਸਕੀ ਉਚਾਰਨ ਹੈ, ਉਸ ਲਾਈਨ ਨੂੰ ਅਸੀਂ ਧਿਆਨ ਦੇਣਾ ਹੈ ਕਿ ਉਸ ਲਾਈਨ ਵਿੱਚ ਜਿਹੜਾ ਅੱਖਰ ਹੈ ਨਾਸਕੀ ਵਾਲਾ, ਉਹ ਅੱਖਰ ਜਿੱਥੇ ਟਿੱਪੀ ਆਈ ਹੈ ਉਸਦਾ ਨੈਕਸਟ ਜਿਹੜਾ ਨੰਬਰ ਹੈ, ਜਿਹੜਾ ਅੱਖਰ ਹੈ, ਉਸ ਲਾਈਨ ਦਾ ਅਖੀਰਲਾ ਨਾਸਕੀ ਉਚਾਰਨ, ਨਾਸਕੀ ਜਿਹੜਾ ਅੱਖਰ ਹੈ ਉਹਦਾ ਉਚਾਰਨ ਉਸ ਟਿੱਪੀ ਦੇ ਨਾਲ ਹੋਏਗਾ। तो मुख 8 वर्ग ਹਨ ਤੇ ਮੁੱਖ ਵਰਗ ਹੈ ਊੜਾ, ਐੜਾ, ਈੜੀ, ਸੱਸਾ, ਹਾਹਾ। ਇਸ ਵਿੱਚ ਨਾਸਕੀ ਉਚਾਰਨ ਨਹੀਂ ਹੈ ਤੇ ਜਿੱਥੇ ਇਹ ਵਾਲੇ ਅੱਖਰ ਨਾਲ ਅਕਸ਼ਰ ਦੇ ਨਾਲ ਐਂਡ ਹੁੰਦਾ ਹੈ ਜਾਂ ਉਸ ਦਾ ਅਗਲਾ ਅਕਸ਼ਰ ਇਹ ਵਾਲਾ ਹੈ, ਉੱਥੇ ਨੰਜੇ ਦੀ ਉਚਾਰਨ ਹੁੰਦੀ ਹੈ, ਨੰਗਾ। ਹਨਾ। ਫਿਰ ਕੱਕਾ ਵਰਗ ਦੇ ਜਿਹੜੇ ਹਨ ਕੱਕਾ, ਖੱਖਾ, ਗੱਗਾ, ਘੱਗਾ, ਨਿਆ,
ਤੇ ਉੱਥੇ ਵੀ ਨੰਜਾ ਅਕਸ਼ਰ ਹੀ ਉਚਾਰਨ ਹੋਏਗਾ। ਜੇ ਇਹਨਾਂ ਵਿੱਚੋਂ ਕੋਈ ਅਕਸ਼ਰ ਟਿੱਪੀ ਵਾਲੇ ਅਕਸ਼ਰ ਤੋਂ ਬਾਅਦ ਆ ਰਿਹਾ ਹੈ ਤੇ ਤੀਸਰਾ ਹੈ ਚੱਚਾ ਵਰਗ। ਇਸ ਵਿੱਚ ਚੱਚਾ, ਛੱਛਾ, ਜੱਜਾ, ਝੱਜਾ, ਨੂੰਗਾ, ਮੈਂ ਦੋਨੋਂ ਪੁੱਠਾ ਬੋਲ ਰਹੀ ਹਾਂ, ਨੰਜਾ और ਨੰਗਾ। ਤੇ ਟੈਂਕਾ ਵਰਗ ਹੈ ਟੈਂਕਾ, ਠੱਠਾ, ਡੱਡਾ, ਢੱਡਾ, ਨਾਣਾ। ਤੇ ਇਹਨਾਂ ਵਿੱਚੋਂ ਜੇ ਟੈਂਕਾ, ਠੱਠਾ, ਡੱਡਾ, ਢੱਡਾ ਕੋਈ ਅਕਸ਼ਰ ਟਿੱਪੀ ਵਾਲੇ ਅਕਸ਼ਰ ਤੋਂ ਬਾਅਦ ਆ ਰਿਹਾ ਹੈ ਤੇ ਉਸ ਵਾਲੇ ਟਿੱਪੀ ਵਾਲੇ ਅਕਸ਼ਰ ਦਾ ਉਚਾਰਨ ਇਹ ਨਾਣਾ ਹੋਏਗਾ। ਤੇ ਜੇ ਤੱਤਾ ਵਰਗ ਹੈ ਤੱਤਾ, ਥੱਥਾ, ਦੱਦਾ, ਧੱਦਾ, ਨੰਨਾ। ਤੇ ਜੇ ਤੱਤਾ, ਥੱਥਾ, ਦੱਦਾ, ਧੱਦਾ ਵਿੱਚੋਂ ਕੋਈ ਅਕਸ਼ਰ ਟਿੱਪੀ ਵਾਲੇ ਅਕਸ਼ਰ ਤੋਂ ਬਾਅਦ ਹੈ ਤੇ ਫਿਰ ਉੱਥੇ ਉਹਦਾ ਉਚਾਰਨ ਨੰਨਾ ਹੋਏਗਾ। ਤੇ ਇਸੇ ਤਰ੍ਹਾਂ ਪੱਪਾ ਵਰਗ ਹੈ ਪੱਪਾ, ਫੱਫਾ, ਬੱਬਾ, ਭੱਬਾ, ਮੰਮਾ। ਤੇ ਜੇ ਇਹਨਾਂ ਵਿੱਚੋਂ ਕੋਈ ਅਕਸ਼ਰ ਆ ਰਿਹਾ ਹੈ ਟਿੱਪੀ ਵਾਲੇ ਅਕਸ਼ਰ ਤੋਂ ਬਾਅਦ ਤੇ ਉਹਦਾ ਉਚਾਰਨ ਮੰਮੇ ਵੱਲ ਨੂੰ ਹੋਏਗਾ। ਤੇ ਅੰਤਿਮ ਵਰਗ ਹੈ ਯਈਆ, ਰਾਰਾ, ਲੱਲਾ, ਵਾਵਾ, ਡਾੜਾ। ਇਸ ਵਿੱਚ ਨਾਸਕੀ ਉਚਾਰਨ ਨਹੀਂ ਹੈ। ਤੇ ਜੇ ਇਹਨਾਂ ਵਿੱਚੋਂ ਕੋਈ ਅਕਸ਼ਰ ਆ ਰਿਹਾ ਹੈ ਤੇ ਫਿਰ ਉਹਦਾ ਉਚਾਰਨ ਨੂੰਗਾ ਵੱਲ ਜਾਏਗਾ। और नवीन वर्ग है सस्से पैरी बिंदी, खक्खे पैरी बिंदी, गग्गे पैरी बिंदी, जज्जे पैरी बिंदी, फप्पे पैरी बिंदी यानी लल्ले पैरी बिंदी। जे इन्हां विचों भी कोई अक्षर आ रहा वे ਇਹ ਉਹਦੇ ਚ ਉਚਾਰਨ ਲਿਖੇ ਹੋਏ ਨਹੀਂ ਹੁੰਦੇ ਹਨ ਪਰ ਉਚਾਰਨ ਵਿੱਚ ਆਉਂਦੇ ਹਨ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ। ਤੇ ਇੱਥੇ ਵੀ ਨੂੰਆਂ ਦਾ ਉਚਾਰਨ ਹੋਏਗਾ। ਤੇ ਹੁਣ ਅਸੀਂ ਉੱਤੇ ਜਾ ਕੇ ਫਿਰ ਜਦੋਂ ਅਖੀਰਲੇ ਅੱਖਰ ਤੇ ਟਿੱਪੀ ਲੱਗੀ ਹੋਵੇ ਤਾਂ ਵੀ ਉਹ ਅੱਖਰ ਕੱਕੇ ਵਰਗ ਦੇ ਆਖਰੀ ਨਾਸਕੀ ਅੱਖਰ ਨੂੰਗਾ ਦੀ ਆਵਾਜ਼ ਦਿੰਦਾ ਹੈ। ਜੇ ਟਿੱਪੀ ਵਾਲਾ ਅਕਸ਼ਰ ਲਾਸਟ ਵਾਲਾ ਹੈ ਉਸਦੇ ਅੱਗੇ ਕੋਈ ਅਕਸ਼ਰ ਨਹੀਂ ਹੈ ਤੇ ਫਿਰ ਉੱਥੇ ਜਿਹੜਾ ਪਹਿਲਾ ਵਾਲਾ ਹੈ ਨੂੰਗਾ ਇਸ ਦੀ ਆਵਾਜ਼ ਆਏਗੀ ਜਿਕਨ ਕਿ ਸੈ ਭੰਗ। ਤੇ ਜੇ ਤੇ ਅਗਲਾ ਅਕਸ਼ਰ ਨਹੀਂ ਹੁੰਦਾ ਹੈ ਕੋਈ ਤੇ ਉੱਥੇ ਸੈ ਭੰਗ ਤੇ ਉਸ ਤਰ੍ਹਾਂ ਪੜ੍ਹਨੇ ਆ ਵਿੱਚ ਥੱਲੇ। ਹਾਂਜੀ ਥੱਲੇ ਕਰਕੇ ਤੇ ਇੱਥੇ ਇਹ ਹੀ ਕੁਝ ਐਗਜ਼ਾਮਪਲ ਦਿੱਤੇ ਹੋਏ ਨੇ। ਟਿੱਪੀ ਤੋਂ ਬਾਅਦ ਵਾਲਾ ਅੱਖਰ ਜਿਸ ਵੀ ਵਰਗ ਦਾ ਹੋਵੇ ਟਿੱਪੀ ਉਸ ਵਰਗ ਦੇ ਆਖਰੀ ਨਾਸਕੀ ਅੱਖਰ ਦੀ ਆਵਾਜ਼ ਦਿੰਦੀ ਹੈ ਜੋ ਕਿ ਅਸੀਂ ਹੁਣੇ ਸਮਝਿਆ ਹੈ। ਹੁਣ ਇੱਥੇ ਕਤੰਚ ਮਾਤਾ, ਕਤੰਚ ਪਿਤਾ। ਹੁਣ ਵਿੱਚ ਆ ਰਹੀ ਹੈ ਟਿੱਪੀ ਤੱਤੇ ਤੇ ਆ ਰਹੀ ਹੈ ਉਸ ਤੋਂ ਅਗਲਾ ਅਕਸ਼ਰ ਚੱਚਾ ਹੈ ਤੇ ਫਿਰ ਚੱਚੇ ਵਰਗ ਦਾ ਜਿਹੜਾ ਆਖਰੀ ਅਕਸ਼ਰ ਹੈ ਚੱਚਾ, ਛੱਛਾ, ਜੱਜਾ, ਝੱਜਾ, ਨਾਣਾ ਤੇ ਉਸ ਦਾ ਕਤੰਚ ਵੇਖੋ ਉੱਥੇ ਆਵਾਜ਼ ਉੱਥੇ ਉਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਕਤੰਚ ਚੱਚਾ ਵਰਗ ਦਾ ਅਖੀਰਲਾ ਅਕਸ਼ਰ। ਸੁਤਾ ਵਿੱਚ ਹਾ ਜਿਹੜਾ ਹੈ ਉਹ ਹਾ ਦਾ ਉਚਾਰਨ ਨਹੀਂ ਹੁੰਦਾ ਹੈ ਤੇ ਸੁਤਹ ਪੜ੍ਹਦੇ ਨੇ। ਤੇ ਕਤੰਚ ਭਰਾਤ, ਮੀਤ, ਹਿਤ, ਬੰਧਵ, ਕਤੰਚ ਮੋਹ, ਕੁਟੰਬਯਤੇ। ਹੁਣ ਇੱਥੇ ਥੱਲੇ ਯਈਆ ਹੈ ਕੁਟੰਬਯਤੇ ਤੇ ਯਈਆ ਜਦ ਆਂਦਾ ਹੈ ਤੇ ਉਹਦਾ ਉਚਾਰਨ ਈੜੀ ਸਿਆਰੀ ਤੇ ਆੜੇ ਦੇ ਨਾਲ ਹੁੰਦਾ ਹੈ ਇਸ ਵਾਸਤੇ ਕੁਟੰਬਯਤੇ ਪੜਿਆ ਹੈ। ਤੇ ਕਤੰਚ ਫਿਰ ਹੁਣ ਇੱਥੇ ਟਿੱਪੀ ਤੱਤੇ ਦੇ ਉੱਤੇ ਹੈ ਤੇ ਚੱਚਾ ਵਰਗ ਦੇ ਅਖੀਰਲਾ ਜਿਹੜਾ ਨਾਸਕੀ ਵਰਡ ਹੈ ਉਹਦਾ ਉਚਾਰਨ ਹੋਏਗਾ ਕਤੰਚ। ਬੰਧਵ ਹੁਣ ਇੱਥੇ ਬੰਧਵ ਵਿੱਚ ਬੱਬੇ ਤੋਂ ਬਾਅਦ ਤੱਦਾ ਹੈ ਤੇ ਤੱਦੇ ਦਾ ਜਿਹੜਾ ਅਖੀਰਲਾ ਨਾਸਕੀ ਉਚਾਰਨ ਹੈ ਉਹ ਨੰਨਾ ਹੈ ਤੇ ਬੰਧਵ ਤੁਸੀਂ ਸਮਝ ਰਹੇ ਹੋਗੇ ਕਿ ਉਚਾਰਨ ਵਿੱਚ ਨੰਨਾ ਹੀ ਆ ਰਿਹਾ ਬੰਧਵ ਨੰਨਾ ਕਿਉਂਕਿ ਤੱਦੇ ਵਾਲੀ ਜਿਹੜੀ ਲਾਈਨ ਹੈ ਉਸ ਦਾ ਅਖੀਰਲਾ ਅਕਸ਼ਰ ਨੰਨਾ ਹੈ। ਕੁਟੰਬਯਤੇ ਹੁਣ ਇੱਥੇ ਬੱਬਾ ਆ ਰਿਹਾ ਵੇ ਕੁਟੰਬਯਤੇ ਥੱਲੇ ਯਈਆ ਹੈ ਤੇ ਉਸ ਦੇ ਉਚਾਰਨ ਤੇ ਈੜੀ ਹੈ ਈੜੀ ਸਿਆਰੀ ਔਰ ਆੜੇ ਨਾਲ ਹੋਏਗਾ। ਤੇ ਫਿਰ ਇੱਥੇ ਬੱਬੇ ਦੀ ਲਾਈਨ ਦਾ ਅਕਸ਼ਰ ਅਖੀਰਲਾ ਮੰਮਾ ਹੈ ਤੇ ਕੁਟਮ देखो मम्मा उच्चारण होता है कुटुम्बते कुटुम्बते ते पप्पा वर्ग दा क्योंकि अक्षर मम्मा है कुटुम्बते। ठीक है। कतंच चपल मोहनी रूपंग पेखंते त्यागं करोति। ते कतंच विच फिर अगर अखर विच अखीरला अखर तत्ते ते टिप्पी है और अखीरला अखर नूंगा है ਤੇ ਉਚਾਰਨ ਨੂੰਗਾ ਵੱਲ ਜਾ ਰਿਹਾ ਵੇ ਨਿੰਜਾ ਵੱਲ ਜਾ ਰਿਹਾ ਵੇ। ਕਤੰਚ
ਰੂਪੰਗ। ਹੁਣ ਇੱਥੇ ਅਖੀਰ ਅਕਸ਼ਰ ਨੂੰ ਹੈ ਟਿੱਪੀ ਤੇ ਇਸ ਦੇ ਅੱਗੇ ਕੋਈ ਅੱਖਰ ਨਹੀਂ ਹੈ। ਫਿਰ ਹੁਣ ਇੱਥੇ ਜਦਕਿ ਕਿ ਅਸੀਂ ਦੇਖਿਆ ਹੈ ਕਿ ਜੋ ਪਹਿਲਾ ਅਕਸ਼ਰ ਹੈ, ਪਹਿਲੀ ਵਾਲੀ ਲਾਈਨ ਦਾ ਨਾਸਕੀ ਅਕਸ਼ਰ ਹੈ, ਉਹੀ ਅਕਸ਼ਰ ਇੱਥੇ ਉਚਾਰਨ ਹੋਏਗਾ। ਜਿੱਥੇ ਵੀ ਅਖੀਰ ਵਿੱਚ ਟਿੱਪੀ ਹੈ ਉੱਥੇ ਗਾ ਹੀ ਉਚਾਰਨ ਹੁੰਦਾ ਹੈ। ਰੂਪੰਗ ਕੱਕੇ ਵਰਗ ਦਾ ਜੋ ਅਖੀਰਲਾ ਨਾਸਕੀ ਅਕਸ਼ਰ ਹੈ ਉਹਦਾ ਉਚਾਰਨ ਹੁੰਦਾ ਹੈ ਪੇਖੰਤੇ। ਹੁਣ ਇੱਥੇ ਤੱਤਾ ਆ ਰਿਹਾ ਅਖਰ ਤੇ ਨੰਨਾ ਉਸ ਲਾਈਨ ਦਾ ਅਖੀਰਲਾ ਨਾਸਕੀ ਅੱਖਰ ਹੈ ਤੇ ਪੇਖੰਤੇ ਨੰਨਾ ਦਾ ਆਵਾਜ਼ ਆ ਰਹੀ ਹੈ। ਹੁਣ ਤਿਆਗੰ ਅਖੀਰ ਹੈ, ਅੱਗੇ ਕੋਈ ਅਕਸ਼ਰ ਨਹੀਂ ਹੈ, ਇਸ ਵਾਸਤੇ ਉਚਾਰਨ ਤਿਆਗੰਗ ਹੋਏਗਾ। ਕੱਕੇ ਵਰਗ ਦਾ ਅਖੀਰਲਾ ਅਕਸ਼ਰ ਇੱਥੇ ਲਵਾਂਗੇ। ਗੁਰੂ ਜੀ ਹੋਰ ਉੱਤੇ ਥੋੜਾ ਜਿਹਾ ਕਰ ਲਓ। रहंत संग भगवान सिमरन नानक लब्ध्यंग अच्युत तना। रहंत फिर ਇੱਥੇ ਤੱਤਾ ਹੈ ਤੇ ਤੱਤੇ ਵਾਲੇ ਵਰਗ ਦਾ ਅਖੀਰਲਾ ਅਕਸ਼ਰ ਨੰਨਾ ਹੈ ਤੇ ਰਹਿੰਤ ਨੰਨੇ ਦੀ ਆਵਾਜ਼ ਆ ਰਹੀ ਹੈ। ਹੁਣ ਸੰਗ ਵਿੱਚ ਕੱਕੇ ਵਾਲੇ ਕ ਵਰਗ ਦਾ ਜਾਂ ਕੱਕੇ ਵਰਗ ਦਾ ਅਖੀਰਲਾ ਅਕਸ਼ਰ ਨ ਹੈ ਤੇ ਇਹਦਾ ਉਚਾਰਨ ਸੰਗ ਲਬਧਯੰਗ। ਤੇ ਹੁਣ ਇਸ ਤੋਂ ਬਾਅਦ ਯਈਆ ਵਾਲਾ ਆ ਰਿਹਾ ਹੈ ਲੇਕਿਨ ਲਬਧਯੰਗ ਹੈ ਨਾ, ਅਖੀਰ ਯਈਆ ਆ ਰਿਹਾ ਹੈ ਪਰ ਇਹਦਾ ਅਖੀਰਲਾ ਅਕਸ਼ਰ ਯਈਆ ਹੈ ਤੇ ਉੱਥੇ ਨਾਸਕੀ ਅੱਖਰ ਨਹੀਂ ਹੈ ਉਸ ਵਰਗ ਵਿੱਚ, ਇਸ ਵਾਸਤੇ ਉਹਦਾ ਉਚਾਰਨ ਪਹਿਲੇ ਵਰਗ ਦੇ ਕੱਕਾ ਵਰਗ ਦੇ ਨ ਦੇ ਨਾਲ ਹੋ ਰਿਹਾ ਹੈ ਲਬਧਯੰਗ ਲਬਧਯੰਗ। ਤੇ ਲਬਧਯੰਗ ਨੂੰ ਲਾਮ ਹੀ ਇਸ ਵਾਸਤੇ ਲੱਗੀ ਹੈ ਕਿਉਂਕਿ ਉੱਥੇ ਐੜਾ ਆ ਗਿਆ ਹੈ ਤੇ ਜਿੱਥੇ ਅੱਗੇ ਐੜਾ ਆ ਜਾਏਗਾ ਤੇ ਇਸ ਵਾਸਤੇ ਉੱਥੇ ਉਹਦਾ ਉਚਾਰਨ ਲਾਂ ਵੱਲ ਨੂੰ ਚਲਾ ਗਿਆ ਹੈ ਲਬਧਯੰਗ। ਤਦੇ ਨੂੰ ਸਿਆਰੀ ਲੱਗੀ ਹੈ ਤੇ ਉਸਦਾ ਉਚਾਰਨ ਲਾਂ ਵੱਲ ਨੂੰ ਚਲਾ ਗਿਆ। ਤਨਾ ਹੁਣ ਇੱਥੇ ਫਿਰ ਹਾ ਦੇ ਜਗ੍ਹਾ ਵਿਸਰਗ ਲੱਗਿਆ ਹੈ ਤੇ ਤਨਾ ਪੜਾਂਗੇ। ਤੇ ਜਿੱਥੇ ਇਵਨ ਲਬਧਯੰਗ ਵਿੱਚ ਸਿਆਰੀ ਤਦੇ ਨੂੰ ਸਿਆਰੀ ਸੀ ਲੇਕਿਨ ਉਹ ਲਾਂ ਵੱਲੋਂ ਲੱਗ ਗਈ ਹੈ। ਤੇ ਉਸਦੇ ਵਾਸਤੇ ਇਸ ਤਰ੍ਹਾਂ ਹੈ ਕਿ ਜਿਹੜੇ ਅੱਖਰ ਨੂੰ ਵੋਵਲ ਹੁੰਦੇ ਹਨ, ਊੜਾ ਐੜਾ ਈੜੀ ਹੋਰ ਹਾਹਾ ਹੋਰ ਯਈਆ, ਤੇ ਜੇ ਉਸ ਅਕਸ਼ਰ ਦੇ ਅੱਗੇ ਇਹ ਵਾਲੇ ਅੱਖਰ ਆ ਜਾਣ ਜਿਹੜੇ ਜਿਸਨੂੰ ਅਸੀਂ ਵੋਵਲ ਕਹਿੰਦੇ ਹਾਂ ਤੇ ਫਿਰ ਉੱਥੇ ਜਿਹੜੀ ਸਿਆਰੀ ਹੈ ਉਹ ਲਾਂ ਵੱਲ ਨੂੰ ਉਚਾਰਨ ਕੀਤੀ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਜੋ ਪੁੱਛਿਆ ਭੈਣ ਜੀ ਨੇ ਜਿਨ੍ਹਾਂ ਦਾ ਸਵਾਲ ਸੀ ਉਹਨਾਂ ਨੂੰ ਕਲੀਅਰਿਟੀ ਹੋ ਗਈ ਹੋਏਗੀ। ਤੇ ਫਿਰ ਇਹ ਵਾਲਾ ਅਸੀਂ ਗਰੁੱਪ ਵਿੱਚ ਪਾ ਦਿਆਂਗੇ। ਗੁਰੂ ਜੀ ਕੋਲ ਹੈ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਜੀ ਆਪ ਜੀ ਦਾ। ਤੋ ਸੰਗਤ ਜੀ ਮੈਂ ਬੇਨਤੀ ਕਰਦੇ ਹਾਂ ਕਿ ਕਾਰਨ ਮੈਨੂੰ ਨਹੀਂ ਪਤਾ ਪਰ ਆਏ ਦਿਨ ਉਚਾਰਨ ਪੱਖੇ ਨਵੀਂ ਗੱਲਾਂ ਆ ਰਹੀਆਂ ਨੇ। ਹੁਣ ਘੱਗਾ ਜਿਹੜਾ ਹੈਗਾ ਉਹ ਜੇ ਤਾਂ ਪਹਿਲੇ ਹੋਵੇ ਤੇ ਘੱਗਾ ਬੋਲ ਜਿਵੇਂ ਘੋੜਾ, ਪਰ ਜੇ ਅੱਗੇ ਆਵੇ ਜਿਵੇਂ ਐੜਾ ਘੱਗਾ ਜਿਹਦਾ ਮਨ ਹੁੰਦਾ ਦੋ ਅੱਗ, ਉੱਥੇ ਅੱਗ ਨਹੀਂ ਆਏਗਾ, ਗੱਗੇ ਤੇ ਘੱਗੇ ਦਾ ਸਮੇਲ ਆਏਗਾ ਜਿੱਥੇ ਵੀ ਆਏਗਾ। ਅਗਰ ਫਸਟ ਅੱਖਰ ਆਏਗਾ ਫਿਰ ਤੇ ਠੀਕ ਹੈ ਘੋੜਾ ਘੁੰਮਣਾ, ਪਰ ਜੇ ਨੈਕਸਟ ਆਏਗਾ ਤੇ ਫਿਰ ਗੱਗਾ ਘੱਗਾ ਮਿਕਸ ਆਏਗਾ। ਪਰੰਤੂ ਅੱਜ ਕੱਲ ਜਿਹੜੇ ਪਾਠੀ ਸਿੰਘ ਨੇ ਉਹ ਮਤਲਬ ਅੱਗ ਕਰਕੇ ਮਤਲਬ ਘੱਗਾ ਬੋਲਦੇ ਨੇ, ਹਾਂਜੀ, ਤੇ ਉਹ ਬਿਲਕੁਲ ਘੱਗਾ ਉਚਾਰਨ ਕਰਦੇ ਨੇ ਬੜਾ ਜ਼ੋਰ ਲਾ ਕੇ, ਜਿਹੜਾ ਠੀਕ ਨਹੀਂ ਲੱਗਦਾ। ਤੋ ਇਹ ਜਿਹੜੀ ਮਤਲਬ ਸਾਡੀ ਗੁਰਮੁਖੀ ਦੀ ਜਿਹੜੀ ਇਹ ਵਰਣਮਾਲਾ ਹੈ ਉਹਦੇ ਉਚਾਰਨ ਸਿਸਟਮ ਹੈ, ਇਹਦੇ ਬਾਰੇ ਸਾਨੂੰ ਜ਼ਰੂਰ ਗਿਆਨ ਹੋਣਾ ਚਾਹੀਦਾ। ਔਰ ਜਿੱਥੇ ਇਹ ਉਚਾਰਨ ਨਵੇਂ ਤਰੀਕੇ ਨਾਲ ਹੋ ਰਿਹਾ ਉਹ ਤੇ ਵਾਹਿਗੁਰੂ ਜਾਣੇ ਕੀ ਗੱਲ ਹੈ, ਸਾਨੂੰ ਸਤਰਕ ਰਹਿਣ ਦੀ ਲੋੜ। ਧੰਨਵਾਦ ਜੀ। ਸੰਗਤ ਜੀ ਪਿਛਲੀ ਵਾਰੀ ਸਰ ਹਰਜਿੰਦਰ ਸਿੰਘ ਕਲਾਸ ਅੱਜ ਵੀ ਆਏ ਨੇ, ਉਹ ਕਹਿੰਦੇ ਉਹਨਾਂ ਨੇ ਕਿਹਾ ਸੀ ਬਾਅਦ ਵਿੱਚ ਕਲਾਸ ਕਿ ਮੈਂ ਹੈਂਡ ਰੇਜ਼ ਕਰਦਾ ਰਿਹਾ ਪਰੰਤੂ ਹੋ ਨਹੀਂ ਸਕਿਆ। ਤੋ ਕਈ ਵਾਰੀ ਟੈਕਨੀਕਲ ਮਤਲਬ ਵਜ੍ਹਾ ਕਰਕੇ ਨਹੀਂ ਹੁੰਦੀ, ਕਈ ਵਾਰੀ ਮੁਸ਼ਕਲ ਹੋ ਜਾਂਦਾ ਹੈ। ਤੇ ਮੈਂ ਬੇਨਤੀ ਕਰਦੇ ਸੰਗਤ ਜੀ ਵੀ ਜੇ ਕਿਸੇ ਦਾ ਹੈਂਡ ਰੇਜ਼ ਨਹੀਂ ਹੁੰਦਾ ਉਹ ਗਰੁੱਪ ਚੈਟ ਵਿੱਚ ਆਪਣਾ ਕੁਐਸਚਨ ਜਾਂ ਸੁਝਾਅ ਪਾ ਸਕਦਾ, ਜਾਂ ਫਿਰ ਇਹੀ ਲਿਖ ਦੇਵੇ ਕਿ ਆਈ ਹੈਵ ਕੁਐਸਚਨ, ਵੀ ਮੇਰੇ ਕੋਲ ਸਵਾਲ ਹੈ, ਫਿਰ ਅਸੀਂ ਆਪੇ ਉਹਨਾਂ ਨੂੰ ਬੁਲਾ ਲਾਂਗੇ। ਜੇ ਹੈਂਡ ਰੇਜ਼ ਨਹੀਂ ਹੁੰਦਾ ਫਿਰ ਆਪਾਂ ਇਹ ਤਰੀਕਾ ਵਰਤ ਸਕਦੇ ਹਾਂ ਗਰੁੱਪ ਚੈਟ ਵੱਲ। ਤੋ ਚਲੋ ਜੀ ਅਗਲੇ ਸਵਾਲ ਵੱਲ ਚੱਲਦੇ ਹਾਂ ਸੰਗਤ ਜੀ। ਕਈ ਗੱਲਾਂ ਪ੍ਰਚਲਿਤ ਹੋ ਜਾਂਦੀਆਂ ਨੇ ਜਿਹੜੀਆਂ ਕਿ ਬਹੁਤੀ ਵਾਰੀ ਠੀਕ ਵੀ ਨਹੀਂ ਹੁੰਦੀਆਂ,
ਪਰ ਫਿਰ ਉਸੇ ਤਰ੍ਹਾਂ ਕਿਉਂਕਿ ਪ੍ਰਚਲਿਤ ਹੋ ਜਾਂਦੀਆਂ ਨੇ ਤੇ ਕਥਾਕਾਰ ਵੀ ਉਹਨੂੰ ਸੁਣਾ ਦਿੰਦੇ ਨੇ। ਹੁਣ ਸਾਡੇ ਕੋਲ ਜਿਹੜਾ ਸਵਾਲ ਆਇਆ ਉਹ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਕੋਈ ਇਹੋ ਜਿਹਾ ਮਤਲਬ ਵੀ ਵਰ ਦਿੱਤਾ ਜਿਹਦੇ ਨਾਲ ਬਾਬਰ ਨੂੰ ਰਾਜ ਮਿਲਿਆ, ਵੀ ਇਹ ਗੱਲ ਕੋਈ ਠੀਕ ਹੈ? ਮੈਂ ਰਿਪੀਟ ਕਰ ਰਿਹਾ, ਸਵਾਲਕਰਤਾ ਪੁੱਛਦੇ ਨੇ ਕਿ ਉਹਨਾਂ ਨੇ ਇਹ ਸੁਣਿਆ ਕਿ ਬਾਬਰ ਨੂੰ ਜਿਹੜਾ ਰਾਜ ਦੇਣਾ ਹੈ ਉਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਕੋਈ ਵਰ ਦਿੱਤਾ। ਵਰ ਸ਼ਰਾਪ ਦੀ ਗੱਲ ਤੇ ਚਲੋ ਕਰਦੇ ਰਹਿੰਦੇ ਆਪਾਂ, ਤਾਂ ਇਹਦੇ ਚ ਕੀ ਪ੍ਰਮਾਣਿਕਤਾ ਹੈਗੀ ਹੈ? ਮੈਂ ਬੇਨਤੀ ਕਰਾਂ ਸਤਜਿੰਦਰ ਸਿੰਘ ਜੀ ਨੂੰ ਇਹਦੇ ਬਾਰੇ ਸਪਸ਼ਟ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਵੀਰ ਰਾਜਾ ਸਿੰਘ ਜੀ ਨੇ ਬੜਾ ਹੀ ਮਹੱਤਵਪੂਰਨ ਸਵਾਲ ਪੁੱਛਿਆ ਹੈ, ਔਰ ਇਹ ਭੁਲੇਖਾ ਆਮ ਤੌਰ ਤੇ ਸਾਡੇ ਕਥਾਕਾਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਇਹ ਬਾਬਰ ਦੇ ਹਮਲੇ ਦੀ ਗੱਲ ਕਰਦੇ ਹਨ ਤਾਂ ਉਦੋਂ ਇਹ ਵੀ ਸਾਨੂੰ ਦੱਸਦੇ ਹਨ ਜੋ ਵੀਰ ਜੀ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਦੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਉਹਨੇ ਬਾਬਰ ਨੇ 7 ਮੁੱਠਾਂ ਜਿਹੜੀਆਂ ਭੰਗ ਦੀਆਂ ਦਿੱਤੀਆਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਤਰੁੱਠ ਕੇ ਕਿਹਾ ਵੀ ਤੇਰੀਆਂ 7 ਪੀੜ੍ਹੀਆਂ ਇੱਥੇ ਮੁਗਲਾਂ ਦੀਆਂ ਰਾਜ ਕਰਨਗੀਆਂ। ਪਰ ਇਹ ਬੜੀ ਹਾਸੋਹੀਣ ਜੀ ਗੱਲ ਲੱਗਦੀ ਹੈ, ਕਿਉਂਕਿ ਜਿਹੜੀ ਸਟੇਟਮੈਂਟ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਸਾ ਰਾਗ ਔਰ ਤਿਲੰਗ ਰਾਗ ਦੇ ਅੰਦਰ 4 ਸ਼ਬਦ ਜੋ ਉਚਾਰਨ ਕੀਤੇ ਹਨ, ਜਿਨ੍ਹਾਂ ਨੂੰ ਅਸੀਂ ਬਾਬਰਵਾਣੀ ਦੇ ਸ਼ਬਦ ਵੀ ਕਹਿੰਦੇ ਹਾਂ, ਉਹਨਾਂ ਵਿੱਚ ਬੜਾ ਸਪਸ਼ਟ ਉਹਨਾਂ ਨੇ ਸਾਨੂੰ ਤਿਲੰਗ ਰਾਗ ਦਾ ਜਿਹੜਾ ਸ਼ਬਦ ਜਿਹੜਾ 722 ਅੰਕ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਹੈ, ਮੈਂ ਉੱਥੋਂ ਆਪ ਜੀ ਨੂੰ ਕੋਟ ਕਰਕੇ ਦੱਸਣਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਬਾਬਰ ਦੇ ਬਾਰੇ ਕੀ ਸੋਚਦੇ ਸਨ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਕਿ ਇਹ ਭਾਈ ਲਾਲੋ ਜਿਹਨੂੰ ਮੁਖਾਤਬ ਹੋ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਮੈਨੂੰ ਇਹੋ ਜਿਹੀ ਕਸਮ ਪ੍ਰਭੂ ਵੱਲੋਂ ਪ੍ਰੇਰਣਾ ਆਈ ਹੈ, ਉਸ ਅਨੁਸਾਰ ਮੈਂ ਤੈਨੂੰ ਉਸ ਦੂਰ ਘਟਨਾ ਦੀ ਵਾਕਫੀਅਤ ਦਿੰਦਾ ਹਾਂ ਜੋ ਇਸ ਸ਼ਹਿਰ ਸ਼ਹਿਦਪੁਰ ਵਿੱਚ ਵਾਪਰੀ। ਤੇ ਉਹ ਅੱਗੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ। ਤਾਂ ਜਿਸ ਵੇਲੇ ਪਾਪ ਕੀ ਜੰਜ ਲੈ ਕੇ ਕੌਣ ਆਇਆ? ਪਾਪ ਕੀ ਜੰਜ ਲੈ ਕੇ ਬਾਬਰ ਆਇਆ। ਤੇ ਜਿਹੜਾ ਪਾਪ ਦੀ ਜੰਜ ਲੈ ਕੇ ਆਇਆ ਉਹ ਕੌਣ ਹੋਇਆ? ਉਹ ਪਾਪੀ ਹੋਇਆ। ਤੋ ਇਸ ਕਰਕੇ ਪਹਿਲਾਂ ਤਾਂ ਅਸੀਂ ਸਮਝ ਲਈਏ ਕਿ ਜਿਹੜਾ ਬਾਬਰ ਹੈ ਗੁਰੂ ਨਾਨਕ ਪਾਤਸ਼ਾਹ ਦੀ ਦ੍ਰਿਸ਼ਟੀ ਦੇ ਅੰਦਰ ਉਹ ਪਾਪੀ ਹੈ, ਉਹ ਕੋਈ ਚੰਗਾ ਬੰਦਾ ਨਹੀਂ ਹੈ ਕਿ ਜਿਸ ਦੇ ਉੱਤੇ ਤਰੁੱਠ ਕੇ ਗੁਰੂ ਨਾਨਕ ਪਾਤਸ਼ਾਹ ਜੀ ਉਹਨੂੰ ਇਹ 7 ਪੀੜ੍ਹੀਆਂ ਦੀ ਰਾਜ ਦੀ ਗੱਲ ਕਰਦੇ। ਤੇ ਫਿਰ ਇਹ ਵੀ ਗੱਲ ਅਸੀਂ ਦੇਖਦੇ ਹਾਂ ਕਿ ਜੋ ਜ਼ੁਲਮ ਉਹਨੇ ਸੈਦਪੁਰ ਦੇ ਵਿੱਚ ਕੀਤਾ, ਇਸਤਰੀਆਂ ਦੀ ਬੇਪਤੀ ਕੀਤੀ ਗਈ, ਜਿਹੜੇ ਉਹਨਾਂ ਦੇ ਪ੍ਰਿੰਸ ਸੀਗੇ ਉਹਨਾਂ ਨੂੰ ਵਾਲਾਂ ਤੋਂ ਤਰੀਕਿਆ, ਗਲੀਆਂ ਦੇ ਅੰਦਰ ਉਹਨਾਂ ਦੀ ਬੇਪਤੀ ਕੀਤੀ। ਤੋ ਇਹ ਸਾਰੀਆਂ ਚੀਜ਼ਾਂ ਦਾ ਵਰਣਨ ਡਿਟੇਲ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ 4 ਸ਼ਬਦਾਂ ਵਿੱਚ ਕੀਤਾ ਹੈ। ਹੁਣ ਅਸੀਂ ਗੱਲ ਇਹ ਕਰੀਏ ਕਿ ਸਾਨੂੰ ਇਹ ਕਲੀਅਰ ਹੋ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਬਾਬਰ ਨੂੰ ਜਾਬਰ ਸਮਝਦੇ ਸਨ, ਜ਼ਾਲਮ ਸਮਝਦੇ ਸਨ, ਪਾਪੀ ਸਮਝਦੇ ਸਨ। ਇਹ ਗੱਲ ਕਲੀਅਰ ਹੋ ਗਈ। ਦੂਸਰੀ ਗੱਲ ਹੈ ਕਿ ਜਿਹੜੀਆਂ 7 ਮੁੱਠਾਂ ਦਿੱਤੀਆਂ ਭੰਗ ਦੀਆਂ, ਤੋ ਗੁਰਮਤ ਵਿੱਚ ਜਾਂ ਗੁਰਬਾਣੀ ਵਿੱਚ ਇਹ ਨਸ਼ਿਆਂ ਬਾਰੇ ਕੀ ਵਿਚਾਰ? ਤੋ ਅਸੀਂ ਸਭ ਤੋਂ ਪਹਿਲਾਂ ਦੇਖੀਏ ਕਿ ਸਾਨੂੰ ਬਿਲਾਵਲ ਵਿਹਾਗੜਾ ਰਾਗ ਦੇ ਵਿੱਚ 4ਥੇ ਪਾਤਸ਼ਾਹ ਜੀ ਸਾਨੂੰ ਕੀ ਇਸ ਬਾਰੇ ਸਮਝਾਉਂਦੇ ਹਨ। ਕਹਿੰਦੇ ਹਨ, ਮਾਨਸ ਭਰਿਆ ਆਏ ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ ਜਿਤ ਪੀਤੈ ਖਸਮ ਵਿਸਰੈ, ਦਰਗਾਹ ਮਿਲੇ ਸਜਾਏ ਆਪਣਾ ਝੂਠਾ ਮਦ ਮੂਲ ਨਾ ਪੀਚਈ, ਜੇਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਏ, ਸਤਿਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾਉ। ਤੋ ਇਸ ਸ਼ਬਦ ਵਿੱਚ ਸਾਨੂੰ ਬੜੀ ਕਲੀਅਰ 4ਥੇ ਪਾਤਸ਼ਾਹ ਜੀ ਨੇ ਸਾਨੂੰ ਇਹ ਦੱਸ ਦਿੱਤਾ ਕਿ ਇਹ ਜੋ ਸ਼ਰਾਬ ਦਾ ਨਸ਼ਾ ਹੈ ਇਹ ਕਿਵੇਂ ਸਾਡੇ ਜਿਹੜੇ ਦਿਮਾਗ ਦੇ ਵਿੱਚ ਖਲਲ ਪੈਦਾ ਕਰਦਾ ਹੈ ਔਰ ਫਤੂਰ ਪੈਦਾ ਕਰਦਾ ਹੈ, ਔਰ ਇਸ ਦੇ ਵਿੱਚ ਸਾਡੀ ਜਿਹੜੀ ਸੋਚਣ ਦੀ ਸ਼ਕਤੀ ਹੈ ਉਹ ਬਿਲਕੁਲ ਹੀ ਖਤਮ ਹੋ ਜਾਂਦੀ ਹੈ। ਤੋ ਇਸ ਕਰਕੇ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਝੂਠਾ ਮਦ ਮੂਲ ਨਾ ਪੀਚੇ ਜੇਕਾ ਪਾਰ ਵਸਾਏ, ਕਿ ਸਾਨੂੰ ਇਸ ਝੂਠੇ ਮਦ ਤੋਂ, ਸ਼ਰਾਬ ਤੋਂ ਦੂਰ ਹੋਣਾ ਚਾਹੀਦਾ ਹੈ। ਹੁਣ ਅਸੀਂ ਇਹ ਵੀ ਕਬੀਰ ਸਾਹਿਬ ਦਾ ਵੀ ਅਸੀਂ ਸ਼ਬਦ ਦੇਖੀਏ ਗੁਰੂ ਗ੍ਰੰਥ ਸਾਹਿਬ ਜੀ ਤੋਂ, ਤੇ ਕਬੀਰ ਸਾਹਿਬ ਇਹ ਕਹਿੰਦੇ ਹਨ, ਕਬੀਰ ਭੰਗ ਮਾਚਲੀ ਸੁਰਾ ਭੰਗ, ਕਿਉਂਕਿ ਭੰਗ ਦੀ ਗੱਲ ਕੀਤੀ ਗਈ ਹੈ ਕਿ ਭੰਗ ਬਾਬਰ ਨੇ ਆਫਰ ਕੀਤੀ ਗੁਰੂ ਨਾਨਕ ਪਾਤਸ਼ਾਹ ਨੂੰ,
ਤੇ ਗੁਰੂ ਨਾਨਕ ਪਾਤਸ਼ਾਹ ਨੇ ਟੁੱਟ ਕੇ 7 ਪੀੜ੍ਹੀਆਂ ਦਾ ਰਾਜ ਦਿੱਤਾ। ਤੋ ਕਬੀਰ ਸਾਹਿਬ ਕਹਿ ਰਹੇ ਹਨ, ਇਹ ਸ਼ਲੋਕ ਕਬੀਰ ਜੀ ਦੇ ਵਿੱਚ ਜੋ 1377 ਅੰਕ ਦੇ ਉੱਪਰ ਸੁਭਾਇਮਾਨ ਹੈ, ਉਹ ਕਹਿ ਰਹੇ ਹਨ, ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ। ਹੁਣ ਭਾਂਗ ਦਾ, ਮਾਛਲੀ ਔਰ ਸੁਰਾ ਪਾਨ ਸ਼ਰਾਬ ਦਾ ਵੀ ਇਹਦੇ ਅੰਦਰ ਜ਼ਿਕਰ ਆ ਗਿਆ ਕਿ ਜਿਹੜੇ ਪ੍ਰਾਣੀ ਇਹ ਖਾਂਦੇ ਹਨ, ਉਹ ਭਾਵੇਂ ਕਿੰਨੇ ਵੀ ਧਰਮੀ ਕਿਉਂ ਨਾ ਹੋਣ, ਕਿੰਨੇ ਵੀ ਤੀਰਥ ਯਾਤਰੀ ਕਿਉਂ ਨਾ ਹੋਣ, ਅਗਰ ਬਹੁਤ ਨੇਮੀ ਵੀ ਹੋਣ, ਵਰਤ ਰੱਖਣ ਵਾਲੇ ਵੀ ਹੋਣ, ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਏ, ਉਹ ਸਾਰੇ ਜਿਹੜੇ ਹਨ ਸੁਆਹ ਹੋ ਜਾਣਗੇ। ਉਹਨਾਂ ਦੇ ਜਿਹੜਾ ਕੀਤਾ ਹੋਇਆ ਪਦਾਰਥ ਹੈ ਸਾਰਾ ਵਿਅਰਥ ਹੋ ਜਾਏਗਾ, ਮਿੱਟੀ ਹੋ ਜਾਏਗਾ। ਤੋ ਅਸੀਂ ਇਹ ਦੋ ਪ੍ਰਮਾਣਾਂ ਤੋਂ ਦੇਖਿਆ ਹੈ ਕਿ ਇਹਨਾਂ ਦੇ ਵਿੱਚੋਂ ਗੁਰਬਾਣੀ ਵੀ ਸਾਨੂੰ ਫਿਰ ਜਿਹੜੇ ਰਹਿਤਨਾਮਿਆਂ ਵਿੱਚ ਉਹ ਸਾਨੂੰ ਵੀ ਦੱਸਿਆ ਕਿ ਪਰ ਨਾਰੀ ਜੂਆ ਅਸਤ ਚੋਰੀ ਮਧਰਾ ਪਾਣ ਪਾਂਚ ਐ ਵੀ ਇਹ ਜਗਤ ਮੇ ਤਜੈ ਸੋ ਸਿੰਘ ਸੁਜਾਨ, ਕਿ ਸਿੱਖ ਰਹਿਤ ਮਰਿਆਦਾ ਜਿਹੜੇ ਉਹਦੇ ਵਿੱਚ ਵੀ ਨਸ਼ਿਆਂ ਦੇ ਬਾਰੇ ਸਾਨੂੰ ਮਨਾ ਕੀਤਾ ਗਿਆ ਹੈ। ਔਰ ਇਸ ਬਾਰੇ ਸਾਨੂੰ ਰਹਿਤਨਾਮੇ ਵਿੱਚ, ਜਿਵੇਂ ਮੈਂ ਆਪ ਜੀ ਨੂੰ ਕੋਟ ਕੀਤਾ ਹੈ, ਉਹਦੇ 'ਚ ਵੀ ਸਾਨੂੰ ਮਨਾ ਕੀਤਾ ਹੈ। ਇਹ ਜਿਹੜੇ ਸਾਨੂੰ ਜੋ 7 ਪ੍ਰਕਾਰ ਦੇ ਨਸ਼ੇ ਤੋਂ ਭਾਂਗ ਵੀ ਇੱਕ ਨਸ਼ਾ ਹੈ, ਜਿਸ ਦੇ ਬਾਰੇ ਸਾਨੂੰ ਰਹਿਤਨਾਮਿਆਂ ਵਿੱਚ, ਸਿੱਖ ਰਹਿਤ ਮਰਿਆਦਾ ਵਿੱਚ ਔਰ ਗੁਰਬਾਣੀ ਦੇ ਵਿੱਚ ਸਾਨੂੰ ਮਨਾ ਕੀਤਾ ਹੈ। ਤੋ ਐਸੇ ਗੁਰਮਤ ਫਿਲਾਸਫੀ ਹੁੰਦਿਆਂ ਆਇਆ ਜਿਹਦੇ ਕਿ ਸੂਤਰਧਾਰ ਗੁਰੂ ਨਾਨਕ ਪਾਤਸ਼ਾਹ ਜੀ ਆਪ ਹਨ, ਔਰ ਉਹਨਾਂ ਨੇ ਇਹ ਜੋ ਸਾਰੇ ਗੱਲ ਸਾਡੇ ਸਾਹਮਣੇ ਰੱਖੀ ਹੈ। ਤੋ ਇਹ ਕਦੀ ਹੋ ਨਹੀਂ ਸਕਦਾ ਕਿ ਜਿਸ ਨੂੰ ਬਾਬਰ ਜਾਬਰ ਦੇ ਰੂਪ ਵਿੱਚ ਕਹਿੰਦੇ ਹੋਣ ਬਾਬਰ ਨੂੰ, ਔਰ ਜਿਹਨੂੰ ਪਾਪ ਕੀ ਜਾਂਚ ਪਾਪੀ ਸਮਝਦੇ ਹੋਣ, ਔਰ ਜਿਹੜੂ ਕਿ ਨਸ਼ਿਆਂ ਦੇ ਵਿਰੁੱਧ ਜਿਹੜੇ ਹਨ ਸਤਿਗੁਰਾਂ ਦੇ ਆਪਣੇ ਬੋਲ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤਾਂ ਦੇ ਬੋਲ ਹਨ। ਤੋ ਕਦੀ ਵੀ ਐਸਾ ਨਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਉਸ ਵੱਲੋਂ ਜਿਹੜੀ ਹੈ ਉਹ ਐਕਸੈਪਟ ਨਹੀਂ ਕਰ ਸਕਦੇ। ਤੋ ਇਹ ਜਿਵੇਂ ਜਿਹਦਾ ਜ਼ਿਕਰ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਜੀ ਦਾ ਕੀਤਾ ਹੈ, ਇਸ ਦੀ ਵਿਸ਼ਲੇਸ਼ਣ ਜਿਹੜਾ ਹੈ ਉਹ ਪਿਛਲੇ ਕੁਝ ਕੁ ਮਹੀਨਿਆਂ ਦੇ ਅੰਦਰ ਵੀਰ ਪ੍ਰਭਕੀਰਤਨ ਸਿੰਘ ਜੀ ਨੇ ਬਾਖੂਬੀ ਕੀਤਾ ਹੈ। ਉਹ ਸਾਨੂੰ ਇਹ ਦੱਸਿਆ ਹੈ ਕਿ ਇਹਦੇ ਅੰਦਰ ਕਿੰਨੀ ਮਿਲਾਵਟ ਹੋਈ ਹੈ, ਉਹ ਕਿੰਨੀ ਸਿਧਾਂਤਕ ਜਿਹੜੀ ਹੈ ਸਾਡੇ ਅੰਦਰ ਗਿਰਾਵਟ ਪੈਦਾ ਕੀਤੀ ਹੈ। ਇਹੋ ਜਿਹੀਆਂ ਸਾਖੀਆਂ ਜਿਹੜੀਆਂ ਲਿਖ ਕਰਕੇ ਤੋ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਤੇ ਸਾਨੂੰ ਇਹੋ ਜਿਹੀ ਸਾਖੀਆਂ ਤੇ ਬਿਲਕੁਲ ਹੀ ਜਿਹੜਾ ਹੈ ਉਹ ਬਿਲਕੁਲ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਹ ਗੁਰੂ ਨਾਨਕ ਪਾਤਸ਼ਾਹ ਦੀ ਕਰੈਕਟਰ ਅਸੈਸੀਨੇਸ਼ਨ ਹੈ। ਤੋ ਆਪ ਜੀ ਨੂੰ ਜਿਹੜਾ ਸਵਾਲ ਪੁੱਛਿਆ ਸ਼ਾਇਦ ਉਹਨਾਂ ਨੂੰ ਜਵਾਬ ਮਿਲ ਗਿਆ ਹੋਵੇ। ਤੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਬਿਲਕੁਲ ਜੀ, ਇਹ ਤਾਂ ਵੈਸੇ ਹਾਸੀ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਮ ਨਾਲ ਕਿਸੇ ਨਸ਼ੇ ਨੂੰ ਜੋੜਿਆ ਜਾਏ ਜਾਂ ਵਾਰ ਨੂੰ ਜੋੜਿਆ ਜਾਏ। ਵਾਰ ਸ਼ਰਾਬ ਦੀ ਥਿਊਰੀ ਗੁਰਮਤ 'ਚ ਨਹੀਂ ਹੈ। ਸਭ ਕੁਝ ਵਾਹਿਗੁਰੂ ਦੇ ਹੁਕਮ ਅਨੁਸਾਰ ਹੁੰਦਾ, ਨਾ ਕੋਈ ਵਾਰ ਦੇ ਸਕਦਾ, ਨਾ ਕਿਸੇ ਨੂੰ ਸ਼ਰਾਬ ਦੇ ਸਕਦਾ। ਇਸ ਕਰਕੇ ਸਾਨੂੰ ਵਾਰ ਦੀ ਲਾਲਚ ਨਹੀਂ ਰੱਖਣੀ ਚਾਹੀਦੀ, ਸ਼ਰਾਬ ਤੋਂ ਡਰਨਾ ਨਹੀਂ ਚਾਹੀਦਾ। ਤੋ ਦੂਜੀ ਗੱਲ ਇਹ ਵੀ ਦੇਖੋ, ਲਿਖਣ ਵਾਲਾ ਕਿੰਨਾ ਸ਼ਾਤਰ ਹੈ ਵੀ ਉਹ ਭੰਗ ਨੂੰ ਜਸਟੀਫਾਈ ਕਰ ਰਿਹਾ ਵੀ ਜੇ ਗੁਰੂ ਸਾਹਿਬ ਭੰਗ ਦੇ ਸਕਦੇ ਨੇ ਤੇ ਇਹ। ਤੋ ਖੈਰ ਮੈਂ ਧੰਨਵਾਦ ਕਰਦਾ ਵੀਰ ਤਜਿੰਦਰ ਸਿੰਘ ਦਾ, ਤੁਸੀਂ ਬੜੇ ਅੱਛੇ ਤਰੀਕੇ ਨਾਲ ਸਮਝਾ ਦਿੱਤਾ। ਤੋ ਅਗਲਾ ਸਵਾਲ ਜਿਹੜਾ ਸੰਗਤ ਜੀ ਉਹ ਪੰਜਾਬੀ ਲਿਟਰੇਚਰ ਨਾਲ ਸੰਬੰਧ ਰੱਖਦਾ। ਦੇਖੋ ਅਸੀਂ ਜਿਵੇਂ ਕਹਿੰਦੇ ਹਾਂ ਵੀ ਇਸਤਰੀ ਲਿੰਗ ਪੁਲਿੰਗ ਦੀ ਗੱਲ ਹੁੰਦੀ ਹੈ ਵੀ ਇਹ ਮਰਦ ਹੈ, ਇਸਤਰੀ ਹੈ, ਪਰ ਜਿਹੜੇ ਨਿਰਜੀਵ ਚੀਜ਼ਾਂ ਨੇ ਜਿਵੇਂ ਮੇਰਾ ਮੇਜ਼ ਹੈ ਤੇਰੀ ਕੁਰਸੀ ਹੈ, ਹਾਂਜੀ, ਇੱਕ ਪੁਲਿੰਗ ਹੋ ਗਿਆ, ਇੱਕ ਇਸਤਰੀ ਲਿੰਗ ਵਰਗਾ ਬੋਲੇ, ਹਾਂਜੀ, ਇਹ ਮੇਰਾ ਘਰ ਹੈ, ਇਹ ਤੇਰੀ ਕਾਰ ਹੈ। ਤੋ ਇਹ ਜਿਹੜੇ ਨਿਰਜਿੰਦ ਚੀਜ਼ਾਂ ਨੇ ਇਹਨਾਂ ਨੂੰ ਇਸਤਰੀ ਲਿੰਗ ਤੇ ਪੁਲਿੰਗ 'ਚ ਕਿਵੇਂ ਮਤਲਬ ਵਰਤਿਆ ਜਾਂਦਾ ਜਾਂ ਕਿਵੇਂ ਇਹਨਾਂ ਦੀ ਵੰਡ ਕੀਤੀ ਜਾਂਦੀ ਹੈ, ਇਹ ਸਵਾਲ ਸਾਡੇ ਕੋਲ ਆਇਆ। ਤੇ ਅਸੀਂ ਇਸੇ ਕਰਕੇ, ਕਿਉਂਕਿ ਸਾਡੇ ਕੋਲ ਬੋਲੀ ਦੇ ਐਕਸਪਰਟ ਹੈਗੇ ਨੇ ਸਾਹ ਫੂਲਾ ਸਿੰਘ ਜੀ, ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਇਹਦੇ ਬਾਰੇ ਸ਼ੰਕਾ ਨਿਵਰਤ ਕਰੋ ਜੀ। ਸਾਹ ਫੂਲਾ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਹੈ ਜੀ, ਲਿੰਗ ਜੈਂਡਰ ਪਛਾਣਨ ਦੇ ਨਿਯਮ। ਜਨਾਨੇ ਮਰਦਾਵੇਂ ਜਾਂ ਨਰ ਮਾਦਾ ਭੇਦ ਨੂੰ ਦੱਸਣ ਵਾਲੇ ਸ਼ਬਦਾਂ ਨੂੰ ਲਿੰਗ ਆਖਿਆ ਗਿਆ ਹੈ। ਪੰਜਾਬੀ ਵਿੱਚ ਲਿੰਗ ਦੀਆਂ ਕੇਵਲ 2 ਕਿਸਮਾਂ ਮੰਨੀਆਂ ਗਈਆਂ ਹਨ, ਅੰਗਰੇਜ਼ੀ ਵਿੱਚ ਜ਼ਿਆਦਾ ਹਨ। ਪੰਜਾਬੀ ਵਿੱਚ ਲਿੰਗ ਵੰਡ ਵਿੱਚ ਬੇਜਾਨ ਚੀਜ਼ਾਂ ਵੀ ਸ਼ਾਮਲ ਹਨ, ਜਿਵੇਂ ਸੰਦੂਕ ਤੋਂ ਸੰਦੂਕੜੀ, ਬਾਲ ਤੋਂ ਬਾਲੀ, ਪਹਾੜ ਤੋਂ ਪਹਾੜੀ। ਰੂਪਾਂਤਰ ਅਨੁਸਾਰ ਸ਼ਬਦਾਂ ਨੂੰ 2 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਵਿਕਾਰੀ, ਦੂਜਾ ਹੈ ਅਵਿਕਾਰੀ ਸ਼ਬਦ। ਵਿਕਾਰੀ ਸ਼ਬਦ ਜੋ ਸ਼ਬਦ ਨਾਵਾਂ ਦੇ ਲਿੰਗ, ਵਚਨ, ਕਾਰਕ, ਕਾਰਨ ਆਪਣਾ ਰੂਪ ਬਦਲ ਲੈਣ, ਉਹ ਵਿਕਾਰੀ ਸ਼ਬਦ ਕਹਾਉਂਦੇ ਹਨ। ਜਿਵੇਂ ਲੜਕਾ, ਲੜਕੀ ਲਿੰਗ ਬਦਲਿਆ ਹੈ,
ਲੜਕੇ ਲੜਕੀਆਂ ਵਚਨ ਬਦਲਿਆ ਹੈ। ਲੜਕਿਓ ਲੜਕੀਓ ਸੰਬੋਧਨ ਕਾਰਕ ਬਦਲਿਆ ਹੈ। ਨਾਮ, ਪੜਨਾਮ, ਕਿਰਿਆ ਤੇ ਵਿਸ਼ੇਸ਼ਣ ਇਹ ਵਿਕਾਰੀ ਸ਼ਬਦ ਹਨ। ਦੂਸਰਾ ਹੈ ਅਵਿਕਾਰੀ ਸ਼ਬਦ। ਜੋ ਸ਼ਬਦ ਨਾਵਾਂ ਦੇ ਲਿੰਗ, ਵਚਨ ਤੇ ਕਾਰਕ ਦੇ ਕਾਰਨ ਆਪਣਾ ਰੂਪ ਨਹੀਂ ਬਦਲਦੇ, ਉਹਨਾਂ ਨੂੰ ਅਵਿਕਾਰੀ ਸ਼ਬਦ ਕਹਿੰਦੇ ਹਨ। ਜਿਵੇਂ ਪਰ, ਸਗੋਂ, ਤੋਂ ਅਤੇ ਫਿਰ ਆਦਿ। ਉਦਾਹਰਨ ਹੈ, ਰਾਮ ਅਮੀਰ ਹੈ ਪਰ ਕੰਜੂਸ ਹੈ। ਦੂਸਰਾ, ਉਹ ਸਾਰੇ ਅਮੀਰ ਹਨ ਪਰ ਸਾਰੇ ਕੰਜੂਸ ਹਨ। ਸੋ ਬਹੁਵਚਨ ਲਈ ਵੀ ਪਰ ਯੋਜਕ ਵਰਤਿਆ ਗਿਆ ਹੈ। ਤੋ ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਕ ਇਹ ਸ਼ਬਦ ਅਵਿਕਾਰੀ ਹਨ। ਇਹਨਾਂ ਵਿੱਚ ਕੋਈ ਚੇਂਜ ਨਹੀਂ ਆਉਂਦੀ। ਸੋ ਅਸੀਂ ਵਿਕਾਰੀ ਸ਼ਬਦ ਭਾਵ ਨਾਮ, ਪੜਨਾਮ, ਕਿਰਿਆ ਅਤੇ ਵਿਸ਼ੇਸ਼ਣ ਦੇ ਹੀ ਲਿੰਗ ਬਦਲ ਸਕਦੇ ਹਾਂ। ਪਹਿਲਾ ਹੈ ਨਾਮ। ਨਰਾਂ ਦੇ ਨਾਂ ਪੁਲਿੰਗ ਤੇ ਮਦੀਨਾ ਦੇ ਨਾਂ ਇਸਤਰੀ ਲਿੰਗ ਹੁੰਦੇ ਹਨ। ਜਿਵੇਂ ਲੂੰਬੜ ਤੋਂ ਲੂੰਬੜੀ, ਬਾਦਸ਼ਾਹ, ਰਾਣੀ, ਘੋੜਾ, ਘੋੜੀ ਆਦਿ। ਦੂਸਰਾ ਹੈ ਪੜਨਾਮ। ਜਿਨ੍ਹਾਂ ਪੜਨਾਵਾਂ ਦੇ ਅੰਤ ਵਿੱਚ ਕੰਨਾ ਹੋਵੇ ਉਹ ਪੁਲਿੰਗ ਹੁੰਦੇ ਹਨ। ਜਿਵੇਂ ਕਿਹੜਾ ਤੇ ਜਿਹੜਾ ਆਦਿ। ਪਰ ਜਿਨ੍ਹਾਂ ਪੜਨਾਵਾਂ ਦੇ ਅੰਤ ਕੰਨਾ ਨਾ ਹੋਵੇ ਉਹਨਾਂ ਦਾ ਲਿੰਗ ਪਹਿਲੇ ਆ ਚੁੱਕੇ ਨਾਮ ਅਨੁਸਾਰ ਹੁੰਦਾ ਹੈ। ਜਿਵੇਂ ਮਦਨ ਦੀ ਲੱਤ ਦੁਖਦੀ ਹੈ, ਇਸ ਲਈ ਉਹ ਰੋ ਰਿਹਾ ਹੈ। ਇੱਥੇ ਦੂਸਰੀ ਵਾਰ ਜੋ ਪੜਨਾਮ ਆਇਆ ਹੈ ਪੋ ਪੁਲਿੰਗ ਹੈ, ਕਿਉਂਕਿ ਮਦਨ ਪੁਲਿੰਗ ਹੈ। ਦੂਸਰਾ, ਸੀਤਾ ਨੇ ਅਜਿਹਾ ਸੁਨੇਹਾ ਭੇਜਿਆ ਕਿ ਉਹ ਅੱਜ ਕਾਲਜ ਨਹੀਂ ਆ ਰਹੀ। ਇੱਥੇ ਉਹ ਇਸਤਰੀ ਲਿੰਗ ਹੈ, ਕਿਉਂਕਿ ਸੁਨੇਹਾ ਭੇਜਣ ਵਾਲੀ ਸੀਤਾ ਜੋ ਹੈ ਉਹ ਇਸਤਰੀ ਲਿੰਗ ਹੈ। ਤੀਸਰਾ ਹੈ ਕਿਰਿਆ। ਜੇ ਕਿਰਿਆ ਦੇ ਅੰਤ ਕੰਨਾ ਹੋਵੇ ਉਹ ਪੁਲਿੰਗ ਹੁੰਦੀ ਹੈ, ਪਰ ਜੇ ਬਿਹਾਰੀ ਹੋਵੇ ਤਾਂ ਉਹ ਇਸਤਰੀ ਲਿੰਗ ਹੁੰਦੀ ਹੈ। ਜਿਵੇਂ ਸੂਰਜ ਚੜ੍ਹਦਾ ਹੈ, ਸੂਰਜ ਪੁਲਿੰਗ ਹੈ, ਇੱਥੇ ਕਿਰਿਆ ਚੜ੍ਹਦਾ ਦਾ ਅੰਤ ਕੰਨਾ ਹੈ। ਦੂਸਰਾ ਹੈ ਧੁੱਪ ਨਿਕਲੀ ਹੈ। ਧੁੱਪ ਇਸਤਰੀ ਲਿੰਗ ਹੈ, ਕਿਉਂਕਿ ਕਿਰਿਆ ਨਿਕਲੀ ਦੇ ਅੰਤ ਵਿੱਚ ਬਿਹਾਰੀ ਹੈ। ਚੌਥਾ ਹੈ ਵਿਸ਼ੇਸ਼ਣ। ਜਿਨ੍ਹਾਂ ਵਿਸ਼ੇਸ਼ਣਾਂ ਦੇ ਅੰਤ ਵਿੱਚ ਕੰਨਾ ਹੋਵੇ ਉਹ ਪੁਲਿੰਗ ਹੁੰਦੇ ਹਨ। ਜਿਵੇਂ ਨੀਲਾ, ਚੌੜਾ, ਫੁਰਤੀਲਾ ਆਦਿ। ਪਰ ਜਿਨ੍ਹਾਂ ਦੇ ਅੰਤ ਵਿੱਚ ਕੰਨਾ ਨਾ ਹੋਵੇ ਉਹਨਾਂ ਦੇ ਲਿੰਗ ਆਪਣੇ ਵਿਸ਼ੇਸ਼ ਅਨੁਸਾਰ ਹੁੰਦੇ ਹਨ। ਜਿਵੇਂ ਲਾਲ ਦਵਾਈ। ਇਸ ਵਿੱਚ ਲਾਲ ਇਸਤਰੀ ਲਿੰਗ ਹੈ, ਕਿਉਂਕਿ ਦਵਾਈ ਅੰਤ ਬਿਹਾਰੀ ਹੈ। ਦੂਸਰਾ ਹੈ ਲਾਲ ਦਰਵਾਜ਼ਾ। ਇਸ ਵਿੱਚ ਲਾਲ ਪੁਲਿੰਗ ਹੈ, ਕਿਉਂਕਿ ਇਸ ਦਾ ਵਿਸ਼ੇਸ਼ ਦਰਵਾਜ਼ਾ ਪੁਲਿੰਗ ਹੈ। ਸੋ ਲਿੰਗ ਬਦਲੀ ਦੇ ਨੇਮ ਤੁਸੀਂ ਆਮ ਜਾਣਦੇ ਹੀ ਹੋ। ਸੰਤ, ਸੰਤਣੀ, ਸੋਟਾ, ਸੋਟੀ, ਚਾਚਾ, ਚਾਚੀ। ਜੋ ਪੁਲਿੰਗ ਨਾਮ ਦੇ ਅੰਤ ਵਿੱਚ ਮੁਕਤਾ ਹੋਵੇ ਤਾਂ ਉਸ ਅੱਗੇ ਬਿਹਾਰੀ, ਣੀ, ਨੀ, ਕੰਨਾ, ੜੀ ਜਾਂ ਕੀ ਆਦਿ ਵਧਾ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ। ਤੋ ਇੰਨੀ ਹੀ ਬੇਨਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਧੰਨਵਾਦ ਫੂਲਾ ਸਿੰਘ ਜੀ, ਕਿਉਂਕਿ ਇਹ ਸਾਹਿਤ ਨਾਲ ਸੰਬੰਧਿਤ ਸੀ ਤੇ ਆਪ ਜੀ ਇਸ ਦਾ ਬਖੂਬੀ ਜਵਾਬ ਦੇ ਸਕਦੇ ਸੋ ਤੁਹਾਨੂੰ ਬੇਨਤੀ ਕੀਤੀ ਗਈ। ਤੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸੰਗਤ ਜੀ, ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲੇ ਸਵਾਲ 'ਚ ਪੁੱਛਿਆ ਗਿਆ ਹੈ ਕਿ ਸਾਡੀ ਇੱਕ ਪ੍ਰੈਕਟਿਸ ਹੈ ਵੀ ਜਿਸ ਵੇਲੇ ਦੀਵਾਨ ਦੀ ਸਮਾਪਤੀ ਹੁੰਦੀ ਹੈ ਉਸ ਵੇਲੇ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ, ਪਰੰਤੂ ਆਨੰਦ ਸਾਹਿਬ ਦੀਆਂ 40 ਪੌੜੀਆਂ ਦਾ ਨਹੀਂ, ਪਹਿਲੀਆਂ 5 ਪੌੜੀਆਂ ਤੇ ਅਖੀਰਲੀ ਪੌੜੀ, ਇਹ 6 ਪੌੜੀਆਂ ਦਾ ਪਾਠ ਕੀਤਾ ਜਾਂਦਾ ਹੈ। ਸਵਾਲ ਕਰਤਾ ਪੁੱਛਦੇ ਨੇ ਵੀ ਇਹ ਪ੍ਰਥਾ ਕਦੋਂ ਤੋਂ ਸ਼ੁਰੂ ਹੋਈ ਹੈ। ਬਈ 40 ਪੂਰਾ ਪਾਠ ਨਹੀਂ ਕਰਦੇ, ਪਹਿਲੀਆਂ 5 ਲੈ ਲਈਆਂ, ਇੱਕ ਅਖੀਰਲੀ ਲੈ ਲਈ। ਇਹ ਪ੍ਰਥਾ ਕਦ ਤੋਂ ਸ਼ੁਰੂ ਹੋਈ ਹੈ? ਤੋ ਵੀਰਿੰਦਰ ਸਿੰਘ ਜੀ, ਆਪ ਜੀ ਨੂੰ ਬੇਨਤੀ ਹੈ ਵੀ ਇਹਦੇ ਬਾਰੇ ਕੁਝ ਸਾਨੂੰ ਚਾਨਣ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਦੀ ਵੀਰ ਰਾਜਾ ਸਿੰਘ ਜੀ ਨੇ ਸਵਾਲ ਸਪਸ਼ਟ ਆਪ ਜੀ ਦੇ ਸਾਹਮਣੇ ਰੱਖਿਆ ਹੈ, ਤੋ ਸੰਗਤ ਜੀ, ਆਨੰਦ ਬਾਣੀ ਜਿਹੜੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਰਾਮਕਲੀ ਮਹਿਲਾ ਤੀਜਾ ਆਨੰਦ ਸਿਰਲੇਖ ਹੇਠ ਅੰਗ 917 ਤੋਂ 922 ਤੇ ਦਰਜ ਹੈ। ਰਾਮਕਲੀ ਰਾਗ ਦਾ ਨਾਂ ਹੈ ਅਤੇ ਮਹਿਲਾ ਤੀਜਾ ਤੋਂ ਸਪਸ਼ਟ ਹੈ ਕਿ ਇਹ ਤੀਜੇ ਸਤਿਗੁਰੂ
ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਚੀ ਬਾਣੀ ਹੈ ਤੇ ਆਨੰਦ ਇਸ ਦਾ ਸਿਰਲੇਖ। ਸੋ ਇਸ ਦਾ ਮੁੱਖ ਭਾਵ ਜਿਹੜਾ ਬਾਣੀ ਦਾ ਹੈ, ਇਸ ਵਿੱਚ 40 ਪੌੜੀਆਂ ਹਨ। 40 ਪੌੜੀਆਂ ਦਾ ਮੁੱਖ ਭਾਵ ਡਾਕਟਰ ਸਾਹਿਬ ਸਿੰਘ ਜੀ ਲਿਖਦੇ ਹਨ ਕਿ ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰੇ ਉਸ ਨੂੰ ਗੁਰੂ ਮਿਲ ਪੈਂਦਾ ਹੈ। ਤੇ ਇਸ ਤਰ੍ਹਾਂ ਦੀ ਜਿਹੜੇ ਵਿਕਾਰ ਜੰਮਦਿਆਂ ਹੀ ਮਾਇਆ ਦੇ ਰੂਪ ਵਿੱਚ ਮਨੁੱਖ ਨਾਲ ਜੁੜ ਜਾਂਦੇ ਹਨ, ਜਿਨ੍ਹਾਂ ਦੀ ਖੇਡ ਵਿੱਚ ਉਹ ਸਾਰੀ ਉਮਰ ਹੀ ਲੰਘਾ ਦਿੰਦਾ ਹੈ, ਦੁਖੀ ਹੁੰਦਾ ਹੈ, ਤੇ ਗੁਰੂ ਦੀ ਬਾਣੀ ਦੀ ਬਰਕਤ ਨਾਲ ਉਹ ਇਸ ਮਾਇਆ ਦੀ ਭਟਕਣਾ ਤੋਂ ਦੂਰ ਹੋ ਜਾਂਦਾ ਹੈ ਤੇ ਉਸ ਨਾਲ ਕੋਈ ਦੁੱਖ ਵਿਕਾਰ ਜਿਹੜੇ ਹਨ ਉਹ ਉਸ ਉੱਤੇ ਆਪਣਾ ਜ਼ੋਰ ਨਹੀਂ ਪਾਉਂਦੇ ਅਤੇ ਇਸ ਤਰ੍ਹਾਂ ਦੀ ਨਾਲ ਮਨੁੱਖ ਦੇ ਮਨ ਦੇ ਅੰਦਰ ਇੱਕ ਖਿੜਾਵ ਪੈਦਾ ਹੁੰਦਾ ਹੈ ਤੇ ਉਹ ਖਿੜਾਵ ਹੀ ਜਿਹੜਾ ਹੈ ਉਹ ਆਨੰਦ ਹੈ। ਤੋ ਸੰਗਤ ਜੀ, ਸਿੱਖ ਰਹਿਤ ਮਰਿਆਦਾ ਦੇ ਵਿੱਚ ਆਨੰਦ ਸਾਹਿਬ ਦੀਆਂ 40 ਪੌੜੀਆਂ ਪੜ੍ਹਨ ਦੀ ਹਦਾਇਤ ਸਾਨੂੰ ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਮਿਲਦੀ ਹੈ, ਜਿੱਥੇ ਖੰਡੇ ਦੀ ਪਹੁਲ ਤਿਆਰ ਕਰਨ ਲੱਗਿਆਂ 5 ਬਾਣੀਆਂ ਪੜ੍ਹੀਆਂ ਜਾਂਦੀਆਂ ਹਨ। ਜਪ ਜਾਪ ਤਉ ਪ੍ਰਸਾਦ ਸਵਈਏ ਚੌਪਈ, ਉੱਥੇ 5ਵੀਂ ਬਾਣੀ ਜਿਹੜੀ ਹੈ ਉਹ ਆਨੰਦ ਸਾਹਿਬ ਪੜ੍ਹਨ ਦੀ ਹਦਾਇਤ ਕੀਤੀ ਗਈ ਹੈ, ਪੂਰੀ 40 ਪੌੜੀਆਂ। ਤੇ ਕਈ ਸੱਜਣ ਜਿਹੜੇ ਹਨ ਉਹ ਅੰਮ੍ਰਿਤ ਵੇਲੇ ਨਿਤਨੇਮ ਵਿੱਚ ਵੀ ਆਨੰਦ ਸਾਹਿਬ ਜਿਹੜਾ ਪੂਰਾ ਹੈ 40 ਪੌੜੀਆਂ ਦਾ ਪਾਠ ਉਹ ਕਰਦੇ ਹਨ। ਮੁਬਾਰਕ ਹੈ ਕਰਨ ਵਾਲਿਆਂ ਨੂੰ, ਸਾਰਿਆਂ ਨੂੰ। ਤੇ ਇਸ ਬਾਣੀ ਦਾ ਇੱਕ ਛੋਟਾ ਸਰੂਪ ਵੀ ਹੈ, ਜਿਸ ਨੂੰ 5 ਪਹਿਲੀਆਂ ਪੌੜੀਆਂ ਅਤੇ ਇੱਕ ਅੰਤਲੀ ਪੌੜੀ ਦਾ ਮਿਥਿਆ ਗਿਆ ਹੈ ਤੇ ਪ੍ਰਚਲਿਤ ਪਾਠ ਜਿਹੜਾ ਹੈ ਉਸ ਦਾ ਵੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਸ਼ਾਮਲ ਦਾ ਸਾਨੂੰ ਮਤਲਬ ਵਰਣਨ ਮਿਲਦਾ ਹੈ। ਇਹ ਸਭ ਤੋਂ ਪਹਿਲਾਂ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਹੀ ਜਦ ਅਸੀਂ ਵੇਖਦੇ ਹਾਂ ਕਿ ਜਿੱਥੇ ਅੰਮ੍ਰਿਤ ਵੇਲੇ ਦੀ ਬਾਣੀਆਂ ਪੜ੍ਹਨ ਦੀ ਹਦਾਇਤ ਹੈ 3 ਬਾਣੀਆਂ, ਉੱਥੇ ਸ਼ਾਮ ਸੂਰਜ ਡੁੱਬੇ ਜਿਹੜੀ ਬਾਣੀ ਪੜ੍ਹਨੀ ਹੈ ਉਹ ਸੋਧਰ ਰਹਿ ਰਾਸ ਦਾ ਪਾਠ ਹੈ। ਤੇ ਉਸ ਵਿੱਚ ਇਹ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਅਤੇ ਅੰਤਲੀ 1 ਪੌੜੀ ਸਭ ਤੋਂ ਪਹਿਲਾਂ ਦਰਜ ਪੜ੍ਹਨ ਦੀ ਹਦਾਇਤ ਕੀਤੀ ਗਈ ਹੈ। ਸੋ ਇੱਥੇ ਸਾਨੂੰ ਸਭ ਤੋਂ ਪਹਿਲਾਂ ਇਹ ਜਿਹੜਾ ਸਰੂਪ ਹੈ ਆਨੰਦ ਸਾਹਿਬ ਦਾ ਛੋਟਾ, ਇਹ ਦੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਦੀ ਜਦ ਅਸੀਂ ਹੋਰ ਅੱਗੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੇਖਦੇ ਹਾਂ ਤਾਂ ਕਾਫੀ ਥਾਵਾਂ ਤੇ ਸਾਨੂੰ ਇਹ ਸਰੂਪ ਪੜ੍ਹਨ ਦੀ ਹਦਾਇਤ ਕੀਤੀ ਗਈ ਹੈ, ਜਿਸ ਵਿੱਚ ਆਪ ਜੀ ਨੇ ਦੱਸ ਦਈਏ ਕਿ ਜਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਾਂ ਸਧਾਰਨ ਜਾਂ ਅਖੰਡ ਪਾਠ ਸਾਹਿਬਾਨ ਦੇ ਪ੍ਰਾਰੰਭ ਕਰਨ ਵਕਤ ਅਤੇ ਸਮਾਪਤੀ ਦੇ ਵਕਤ, ਇਸੇ ਤਰ੍ਹਾਂ ਦੀ ਜਨਮ ਤੇ ਨਾਮ ਸੰਸਕਾਰ ਵਿੱਚ ਜਦ ਬੱਚੇ ਦਾ ਨਾਮ ਰੱਖ ਲਿਆ ਜਾਂਦਾ ਹੈ, ਗ੍ਰੰਥੀ ਸਿੰਘ ਵੱਲੋਂ ਉਹਦੀ ਅਨਾਉਂਸਮੈਂਟ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਵੀ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਲੀ ਪੌੜੀ ਪੜ੍ਹਨ ਦੀ ਹਦਾਇਤ ਹੈ। ਤੇ ਆਨੰਦ ਸੰਸਕਾਰ ਵਕਤ ਲਾਵਾਂ ਦੇ ਪਾਠ ਤੋਂ ਮਗਰੋਂ ਇਹ ਸਰੂਪ ਜਿਹੜਾ ਹੈ ਆਨੰਦ ਸਾਹਿਬ ਦਾ ਪੜ੍ਹਨ ਦੀ ਹਦਾਇਤ ਹੈ। ਇਸੇ ਤਰ੍ਹਾਂ ਦੀ ਮ੍ਰਿਤਕ ਪ੍ਰਾਣੀ ਦੇ ਜਦ ਸੰਸਕਾਰ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਹਾਂ, ਉਸ ਸਮੇਂ ਵੀ ਇਸੇ ਆਨੰਦ ਸਾਹਿਬ ਦੀਆਂ 5 ਪੌੜੀਆਂ ਤੇ ਅੰਤਲੀ ਪੌੜੀ ਪੜ੍ਹ ਕੇ ਜਿਹੜਾ ਅਗਲੀ ਕਾਰਵਾਈ ਹੈ ਪਾਠ ਰੱਖਣ ਦੀ ਉਹ ਕੀਤੀ ਜਾਂਦੀ ਹੈ। ਤੇ ਇਹ ਮਰਿਆਦਾ ਦੇ ਵਿੱਚ ਸਾਨੂੰ ਹਦਾਇਤ ਦਿੱਤੀ ਗਈ। ਹੁਣ ਸਵਾਲ ਜਿਹੜਾ ਹੈ ਉਹ ਹੈ ਕਿ ਇਹ ਸਰੂਪ ਜਿਹੜਾ ਹੈ ਇਹ ਪ੍ਰਚਲਿਤ ਜਿਹੜਾ ਹੋ ਰਿਹਾ ਸੀ ਪਹਿਲਾਂ ਵੀ ਇਸ ਦਾ ਮਤਲਬ ਹੋਇਆ ਹੋਵੇਗਾ, ਪਰ ਕਦੋਂ ਤੇ ਕਿੱਥੇ ਇਹ ਪ੍ਰਚਲਿਤ ਹੋ ਗਿਆ ਕਿ ਭਾਈ ਵੱਡਾ ਆਨੰਦ ਸਾਹਿਬ ਜਿਹੜਾ 40 ਪੌੜੀਆਂ ਦਾ ਪੂਰਾ ਹੈ ਉਸ ਵਿੱਚੋਂ ਪਹਿਲੀਆਂ 5 ਪੌੜੀਆਂ ਤੇ ਅੰਤਲੀ ਪੌੜੀ ਪੜ੍ਹੀ ਜਾਏ, ਇਹ ਵਿਧਾਨ ਅਸਲ ਵਿੱਚ ਕਿੱਥੇ ਲਿਖਿਆ ਗਿਆ ਹੈ? ਪ੍ਰਮਾਣਿਤ ਲਿਟਰੇਚਰ ਇਹਦਾ ਕੋਈ ਸਾਨੂੰ ਮਿਲਦਾ ਨਹੀਂ ਹੈ ਤੇ ਨਾ ਹੀ ਇਹਦੀ ਅਥੈਂਟਿਸਿਟੀ ਜਿਹੜੀ ਹੈ ਉਸ ਤੋਂ ਪਹਿਲਾਂ ਮਰਿਆਦਾ ਤੋਂ ਪਹਿਲਾਂ ਕੋਈ ਮਿਲਦੀ ਹੈ। ਤਾਂ ਸਾਡੇ ਕੋਲ ਜਿਹੜਾ ਸਰੂਪ ਹੈ ਇਹ ਕੇਵਲ ਤੇ ਕੇਵਲ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਤੇ ਹੀ ਆਧਾਰਿਤ ਹੈ ਤੇ ਅਸੀਂ ਇਸ ਨੂੰ ਇਹ ਹਦਾਇਤ ਜਿਹੜੀ ਹੈ ਇਹ ਗੁਰੂ ਪੰਥ ਦੀ ਹੀ ਦੱਸ ਸਕਦੇ ਹਾਂ, ਕਿਉਂਕਿ ਸਿੱਖ ਜਿੱਥੇ ਇੱਕ ਸ਼ਖਸੀ ਜੀਵਨ ਸਿੱਖ ਨੂੰ ਦਿੱਤਾ ਗਿਆ ਹੈ, ਉਸ ਦੇ ਨਿੱਜੀ ਜੀਵਨ ਦੀ ਸ਼ਖਸੀਅਤ ਹੈ, ਰਹਿਤ ਬਹਿਤ ਹੈ, ਕਿਸ ਤਰ੍ਹਾਂ ਦੀ ਤੋਰਨੀ ਹੈ, ਉੱਥੇ ਇੱਕ ਸਿੱਖ ਦੀ ਜਿਹੜੀ ਹੈ ਪੰਥ ਵੱਲੋਂ ਪੰਥਕ ਰਹਿਣੀ ਦਿੱਤੀ ਗਈ ਹੈ, ਜਿਸ ਵਿੱਚ ਉਸਨੇ ਪੰਥਕ ਜਥੇਬੰਦੀ ਸਿੱਖ ਜਥੇਬੰਦੀ ਦੇ ਮੈਂਬਰ ਵਜੋਂ ਜਥੇਬੰਦੀ ਦੇ ਹਰ ਹੁਕਮ ਨੂੰ, ਹਰ ਨਿਯਮ ਨੂੰ ਆਪਣੇ ਜੀਵਨ ਦੇ ਵਿੱਚ ਇਨ ਬਿਨ ਲਾਗੂ ਕਰਨਾ ਹੈ ਤੇ ਪਾਲਣਾ ਕਰਨੀ ਹੈ। ਸੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਿੱਖ ਜਥੇਬੰਦੀ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਆਨੰਦ ਸਾਹਿਬ ਦਾ ਜਿਹੜਾ ਜਿੱਥੇ ਵੀ ਪਹਿਲੀਆਂ 5 ਪੌੜੀਆਂ ਤੇ ਅੰਤਲੀ ਪੌੜੀ ਪੜ੍ਹਨ ਦੀ ਹਦਾਇਤ ਕੀਤੀ ਗਈ ਹੈ, ਉਹ ਸਾਨੂੰ ਉਸ ਪੰਥਕ ਫੈਸਲੇ ਨੂੰ ਮੁੱਖ ਰੱਖ ਕੇ ਇਸ ਨੂੰ ਪ੍ਰਵਾਨ ਕਰਨਾ ਹੈ। ਤੇ ਉਦੋਂ ਤੋਂ ਹੀ ਸਾਡੀ ਸਮਝ ਵਿੱਚ ਆਉਂਦਾ ਹੈ ਕਿ ਇਹ ਸਿੱਖ ਦੇ ਜੀਵਨ ਦਾ ਇਹ ਜਿਹੜਾ ਆਨੰਦ ਸਾਹਿਬ ਦਾ ਛੋਟਾ ਸਰੂਪ ਹੈ ਇਹ ਹਿੱਸਾ ਬਣਿਆ ਹੈ। ਸੋ ਆਸ ਹੈ ਜਿਨ੍ਹਾਂ ਨੇ ਇਹ ਸਵਾਲ ਕੀਤਾ ਹੋਵੇਗਾ ਉਹਨਾਂ ਨੂੰ ਇਸ ਦਾ ਜਵਾਬ ਜ਼ਰੂਰ ਮਿਲਿਆ ਹੋਵੇਗਾ। ਫਿਰ ਵੀ ਜੇ ਕੋਈ ਆਪ ਜੀ ਦੇ ਕੋਲ ਹੋਰ ਪ੍ਰਮਾਣਿਤ ਲਿਟਰੇਚਰ ਮੌਜੂਦ ਹੈ ਜਿਸ ਵਿੱਚੋਂ
ਇਹ ਹੋਰ ਖੋਜ ਮਿਲ ਸਕਦੀ ਹੈ ਤੇ ਅਸੀਂ ਜ਼ਰੂਰ ਉਸ ਨੂੰ ਐਕਸੈਪਟ ਕਰਾਂਗੇ। ਸਾਡੀ ਵੀ ਨੌਲੇਜ ਵਿੱਚ ਵਾਧਾ ਹੋਏਗਾ। ਉਲਚੁਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ। ਸੋ ਸਪਸ਼ਟ ਕਰਤਾ ਵੀਰ ਜੀ ਨੇ ਕਿ ਜਦ ਸਿੱਖ ਰਹਿਤ ਮਰਿਆਦਾ ਬਣੀ ਹੈ ਉਸ ਤੋਂ ਪਹਿਲਾਂ ਇਹ ਪ੍ਰਚਲਿਤ ਹੋਏਗੀ, ਪਰ ਸਪੈਸੀਫਿਕ ਡੇਟ ਕਦ ਤੋਂ ਸ਼ੁਰੂ ਹੋਈ ਹੈ ਇਹ ਕਿਤੇ ਨਹੀਂ ਮਿਲਦੀ। ਜੇ ਕਦੇ ਕਿਸੇ ਨੂੰ ਕੋਈ ਹੋਰ ਇਹਦਾ ਲੱਭ ਜਾਏ ਤਾਂ ਕਿਰਪਾ ਕਰਕੇ ਜ਼ਰੂਰ ਦੱਸੇ। ਵੀਰ ਇੰਦਰਪ੍ਰੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਅਗਲਾ ਸਵਾਲ ਜਿਹੜਾ ਉਹ ਭੈਣ ਸਤਨਾਮ ਕੌਰ ਜੀ ਦਾ ਤੇ ਗੁਰਬਾਣੀ ਨਾਲ ਸੰਬੰਧਿਤ ਹੈ। ਭੈਣ ਜੀ ਪੁੱਛਦੇ ਨੇ ਵੀ ਜਿਹੜੀ ਤੁਕ ਹੈ ਕਿ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਬਈ ਇਹ ਜਿਹੜਾ ਗੁਰ ਸੇਵਾ ਤੇ ਭਗਤ ਕਮਾਈ ਹੈ ਜਿਹਦੇ ਕਰਕੇ ਮਾਨਸ ਦੇਹੀ ਮਿਲੀ ਹੈ, ਕਿਹੜੇ ਜਨਮ ਦੀ ਗੱਲ ਹੈ? ਤੋ ਬੇਨਤੀ ਹੈ ਵੀਰ ਮਨਿੰਦਰਪਾਲ ਸਿੰਘ ਜੀ, ਬਈ ਇਸ ਸ਼ਬਦ ਦੀਆਂ ਜਿਹੜੀਆਂ ਇਹ ਤੁਕਾਂ ਨੇ ਇਹਨਾਂ ਬਾਰੇ ਚਾਨਣਾ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिस शब्द के बारे सवाल आया है वो आप जी के सामने स्क्रीन पे डिस्प्ले कराया गया है। भगत कबीर जी का उच्चारण किया होया ये शब्द गुरु ग्रंथ साहब जी के पन्ना 1159 ਤੇ ਬਲਵਾਨ। ਜਦੋਂ ਵੀ ਕੋਈ ਸਵਾਲ ਗੁਰਬਾਣੀ ਦੀ ਕਿਸੇ ਪੰਕਤੀ ਦੇ ਬਾਰੇ ਆਉਂਦਾ ਹੈ ਤਾਂ ਅਸੀਂ ਹਮੇਸ਼ਾ ਇੱਕ ਅਸੂਲ ਬਾਰ-ਬਾਰ ਦੁਹਰਾਉਂਦੇ ਹਾਂ ਅਤੇ ਦ੍ਰਿੜ ਕਰਵਾਉਂਦੇ ਹਾਂ ਸੰਗਤ ਨੂੰ ਕਿ ਕਿਸੇ ਵੀ ਪੰਕਤੀ ਦੇ ਅਰਥ ਸਮਝਣੇ ਹੋਣ ਤਾਂ ਜੇ ਉਸ ਸ਼ਬਦ ਵਿੱਚ ਕੋਈ ਰਹਾਉ ਦਾ ਬੰਦ ਹੈ ਤਾਂ ਪਹਿਲਾਂ ਉਸ ਰਹਾਉ ਦੇ ਬੰਦ ਦੇ ਭਾਵ ਨੂੰ ਸਮਝ ਕੇ ਤੇ ਫਿਰ ਬਾਕੀ ਪੰਕਤੀਆਂ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਰਹਾਉ ਹੀ ਸ਼ਬਦ ਦਾ ਮੁੱਖ ਭਾਵ ਕੇਂਦਰੀ ਭਾਵ ਹੁੰਦਾ ਹੈ ਤੇ ਬਾਕੀ ਸ਼ਬਦ ਦੇ ਜਿਹੜੇ ਪ੍ਰਮਾਣ ਜਾਂ ਪੰਕਤੀਆਂ ਆਈਆਂ ਹੁੰਦੀਆਂ ਹਨ ਉਹ ਉਸ ਕੇਂਦਰੀ ਭਾਵ ਦੇ ਨਾਲ ਹੀ ਜੁੜਦੀਆਂ ਹੁੰਦੀਆਂ ਹਨ। तो इस करके इस पंक्ति के अर्थों के सवाल बारे भी पहला असीं रहाओ के अर्थ समझने का यतन करांगे। जिहड़ी पंक्ति के बारे सवाल है वो शब्द की आरंभक पहली ही पंक्ति है, गुर सेवा ते भगत कमाई तब ये मानस देही पाई, इस देही को सिमरन देव सो देही पज हर की सेव। इस तो अगला बंद जो है रहा है जो गोबिंद भूल मत जाओ मानस जन्म का यही लाभ। तो पहला राहो के बंद ਨੂੰ समझ लीजिए। कबीर जी इत्थे प्रेरणा दे रहे हैं, सिक्ख्या दे रहे हैं कि हे इंसान उस गोबिंद ਨੂੰ जो सृष्टि का मालिक है, सारी सृष्टि की रचना करने वाला है, सृष्टि का मूल है, उसे का भजन कर, ਉਹਨੂੰ ਕਿਸੇ भी तरीके भुੱਲਣ ਦੀ गलती ना कर, ਉਹਨੂੰ भुੱल ना जाई, क्योंकि मनुखा जन्म का असल लाभ ही यही है कि तू उस प्रभु ਨੂੰ ਚੇਤੇ ਕਰਕੇ ਉਹਦੀ याद ਨੂੰ ਹਿਰਦੇ 'ਚ ਵਸਾਣਾ ਹੈ। यही मनुखा जन्म का मनोरथ है, यही इस जन्म ਨੂੰ ਮਿਲਣ ਦਾ ਲਾਭ है। इस विचार ਨੂੰ ਧਿਆਨ 'ਚ ਰੱਖਦੇ ਹੋਇਆ ਹੁਣ ਅਸੀਂ ਸ਼ਬਦ ਦੇ ਆਰੰਭ ਤੇ ਚੱਲਦੇ ਹਾਂ। ਤਾਂ ਉੱਥੇ ਕਬੀਰ ਜੀ ਕਹਿੰਦੇ ਹਨ ਕਿ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਕਿ ਗੁਰੂ ਦੀ सेवा दे राही जो भक्ति की कमाई की जाती है इसे मकसद वास्ते ही मनुखा देही प्राप्त हुई है। तब ये मानस देही पाई तो भाव है कि इस काम वास्ते ही जे तो मनुखा जन्म प्राप्त करके गुरु की सेवा ते भक्ति की कमाई की है फिर तो समझो कि मनुखा देही पाई सफल है। नहीं तो जिहा मनुख जम्मिया जिहा ना जम्मिया ਇਹ ਜੀਵਨ ਵਿਅਰਥ ਹੈ। ਜਿਵੇਂ ਨੌਵੇਂ ਪਾਤਸ਼ਾਹ ਦਾ ਜੋ ਸ਼ਲੋਕਾਂ ਦੇ ਵਿੱਚ ਪਹਿਲਾ ਹੀ ਸ਼ਲੋਕ ਆਉਂਦਾ ਹੈ ਉਹਦੇ ਵਿੱਚ ਵੀ ਇਹੀ ਭਾਵ ਦ੍ਰਿੜ ਕਰਵਾਇਆ ਗਿਆ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਕਿ ਜੇ ਪ੍ਰਭੂ ਦੇ ਗੁਣ ਨਹੀਂ ਗਾਏ, ਜੋ ਭਜੋ ਗੋਬਿੰਦ ਵਾਲੀ ਗੱਲ ਨਹੀਂ ਕੀਤੀ ਤਾਂ ਜਨਮ ਅਕਾਰਥ ਕੀਤਾ, ਵਿਅਰਥ ਗਵਾ ਲਿਆ। ਇਹੀ ਭਾਵਨਾ ਇਹਨਾਂ ਪੰਕਤੀਆਂ ਦੀ ਵੀ ਹੈ ਕਿ ਜੇ ਤਾਂ ਗੁਰੂ ਦੀ ਸਿੱਖਿਆ ਦੇ ਉੱਤੇ ਚੱਲ ਕੇ, ਗੁਰੂ ਸੇਵਾ ਦਾ ਭਾਵ ਹੈ ਗੁਰੂ ਦੇ ਉਪਦੇਸ਼ ਦੀ ਕਮਾਈ, ਗੁਰੂ ਦੀ ਸਿੱਖਿਆ ਦੀ ਕਮਾਈ, ਉਹ ਕਰਕੇ ਪ੍ਰਭੂ ਦੇ ਨਾਮ ਦੀ ਭਗਤੀ ਦੀ ਕਮਾਈ ਕੀਤੀ ਹੈ, ਜਿਸ ਮਕਸਦ ਵਾਸਤੇ ਮਨੁੱਖਾ ਜੀਵਨ ਮਾਨਸ ਦੇਹੀ ਮਿਲੀ ਸੀ ਉਹ ਜਸਟੀਫਾਈ ਹੋ ਜਾਂਦਾ ਹੈ ਤੇ ਮੰਨਿਆ ਜਾ ਸਕਦਾ ਹੈ ਕਿ ਮਨੁੱਖ ਵਾਕਈ ਹੀ ਮਾਨਸ ਦੇਹੀ ਨੂੰ ਸਫਲ ਕਰ ਰਿਹਾ ਹੈ। ਇਹ ਅਦਰਵਾਈਜ਼ ਜਿਹਾ ਮਨੁੱਖ ਜੰਮਿਆ ਤੇ ਜਿਵੇਂ ਜਾਨਵਰ ਜੰਮਿਆ ਕੋਈ ਫਰਕ ਵਾਲੀ ਗੱਲ ਨਹੀਂ ਰਹਿ ਜਾਂਦੀ। ਉਹ ਇਹ ਇਸੇ ਹੀ ਭਾਵ ਨੂੰ ਦ੍ਰਿੜ ਕਰਵਾਇਆ ਹੈ ਜੋ ਰਾਹੋਂ ਦੇ ਬੰਦ ਵਿੱਚ ਆਇਆ ਕਿ ਭਜੋ ਗੋਬਿੰਦ ਭੂਲ ਮਤ ਜਾਓ मानस जन्म का यही लाभ। मानस जन्म मिलिया ही इस काम वास्ते है कि गुरु की सेवा के नाल
ਉਸ ਪ੍ਰਭੂ ਦੇ ਨਾਮ ਦੀ ਭਗਤੀ ਦੀ ਕਮਾਈ ਕਰਨੀ ਹੈ। ਇਹੀ ਉਪਦੇਸ਼ ਭਗਤ ਕਬੀਰ ਜੀ ਇੱਥੇ ਦ੍ਰਿੜ ਕਰਵਾ ਰਹੇ ਹਨ। ਅਗਲੀਆਂ ਪੰਕਤੀਆਂ 'ਚ ਵੀ ਕਹਿੰਦੇ ਹਨ ਕਿ ਇਸ ਦੇਹੀ ਕੋ ਸਿਮਰਿਆ ਦੇਵ ਸੋ ਦੇਹੀ ਭਜ ਹਰ ਕੀ ਸੇ। ਹੋਰ ਇਸ ਦੀ ਇੰਪੋਰਟੈਂਸ ਨੂੰ ਦ੍ਰਿੜ ਕਰਵਾਉਂਦਿਆਂ ਕਹਿੰਦੇ ਹਨ ਕਿ ਜਿਹੜੇ ਦੇਵ ਕਹੇ ਜਾਂਦੇ ਦੇਵਤੇ ਹਨ ਉਹ ਵੀ ਤਾਂਘ ਕਰਦੇ ਹਨ ਕਿ ਸਾਨੂੰ ਵੀ ਇਹ ਮਨੁੱਖਾ ਜਨਮ ਮਿਲੇ ਤਾਂ ਕਿ ਅਸੀਂ ਵੀ ਇਸ ਮਨੁੱਖਾ ਜੀਵਨ ਦੇ ਅੰਦਰ ਆ ਕੇ ਪ੍ਰਭੂ ਦੀ ਸਿਮਰਨ ਭਗਤੀ ਕਰ ਸਕੀਏ ਤੇ ਸਾਡਾ ਵੀ ਪ੍ਰਭੂ ਦੇ ਨਾਲ ਮਿਲਾਪ ਹੋ ਜਾਵੇ। तो इस करके फिर प्रेरणादायक लफज उच्चारण करते हैं कि इस करके ये देही जी इन्नी अहमियत रखती है, इन्नी इंपोर्टेंस रखती है। इस देही दे विच भज हर की सेव, उस हरि दे भजन दी सेवा कर भाव इस देही नूं वरत हरि दे भजन वास्ते, प्रभु दी याद नूं हिरदे च वसाण दे वास्ते मनुखा जन्म दा यही मकसद है। अगले जिहड़े बंद हैं उन्हां विच भी इहो सेंट्रल थीम जिहड़ा है वो चलदा है। जब लग जरा रोग नहीं आया, जब लग काल कसी नहीं पाया, जब लग बिगल भई नहीं बाणी, यानी कि जब तक ये वाली सारिया बीमारियां तकलीफां नहीं आईयां तेरा शरीर स्वस्थ है भजले रे मन सारंग पानी। उत्थे भी सेंट्रल थीम ओदा उस पदे का भी यही है, भजले रे मन सारंग पानी काल पुरख वास्ते। तीसरे पदे विच भी फिर वो सवाल करके कहते हैं कि अब ना भजस भजस का भाई बजे हुण नहीं भजेगा, प्रभु का नाम नहीं जपेगा तो कदों जपेगा। आवे अंत न भजिया जाए, अंत वेले नहीं भजिया जा सकता क्योंकि शरीर ताकत ही नहीं रहिंदी, ना ही किसी को पता है कि अंत किहड़े वेले आ जाना है, बिना वार्निंग दे आ जाना है। सो जो कुछ करे सोई अबसार, फिर पछताओ न पावो पार। जो करना है हुणे कर ले, पिछों नहीं तां पछताना पएगा। तो अगले जिहड़े चौथा और पंजवां पदा है उन्हां विच ही यही जो है थीम चलदा है। अखीर दे उत्ते फिर वो कहंदे हन कि यही तेरा अवसर, ये तेरी बार, घट भीतर तू देख विचार, कहत कबीर जीत के हार। बहुत विध कहो पुकार पुकार के मैं ते हर ढंग नाल वरत के बड़े वखरे वखरे तरीके वरत के तेन पुकार पुकार के कह रहा हाँ कि ये मनुखा जन्म ही तेरा अवसर है, यही वारी है। तू अपने अंदर भी विचार करके देख लै कि या तो तू ये मनुखा जीवन को जित के जाएगा या हार के जाएगा। जे प्रभु के नाम के नाल जुड़ेगा तो मनुखा जीवन सफल होएगा, नहीं तो व्यर्थ हो जाएगा। तो यही उपदेश लाहौर के विच भी है, भजो गोबिंद भूल मत जाओ, मानस जन्म का यही लाभ। यही मनुष्य जीवन का पर्पज है, जे कर लेगा तो ठीक है सफल है, नहीं तो व्यर्थ। तो इसे गुरसेवा ते भगत कमाई भी यही भाव रखती है। इतने ही वचन प्रमाण करने हुई भुला देखी ना। वाहिगुरू जी का खालसा, वाहिगुरू जी की फतेह। धन्यवाद वीर मनिंदरपाल सिंह जी। संगत जी बेनती है कि बड़ी गल स्पष्ट है, विदेही तो मिल गई, किद्दां मिली क्या मिली ये वाहिगुरू जी जानते हैं, पर यह जरूर गल है जी अखीर ते आई है तो कि यह तेरा उस है तेरी बार बई ये जो हुण असीं इहनूं सफलियां कर लीए, कोई लाहा ले लईए ताइयों फायदा है। तो किद्दां मिली है, क्यों मिली है, मेरे हिसाब नाल ये इन्ना इंपॉर्टेंट नहीं। इंपॉर्टेंट तो यह है कि जिहड़ा महाराज बाणी कि प्राणी तू आया लाहा लैण लगा कित फुफड़े सब मुकदी चली जाण, उम्र खत्म ना हो जाए। तो इस करके खत्म होने तो पहला जिन्ने क आपां चंगे काम कर सकते हैं, चंगे बन सकते हैं, किरदार करके विचार करके वो कर लीए, दही ते ताई सफल। धन्यवाद वीर जी आप जी का। तो संगत जी सवाल तो साढ़े कोल अजे 2 बच गए, परंतु समा जिहड़ा वो खत्म हो गया। वो सवाल आपां अगले हफ्ते लवांगे। जिन्हां दे सवाल ने उन्हां कोल मैं खिमा मंगदा। तो संगत जी संगत विच सरदार इकबाल सिंह पट्टी ये गुरमत दे बुलारे और लिखारी ने, इन्हां नूं जीवा है और बेनती है कि समा कढ़िया करो। साडी ते इच्छा है कि रोजाना ही ज्वाइन करो, तुहाडे तो भी कुछ लाहा नहीं। इकबाल सिंह जी पट्टी। तो संगत जी होर संगत विच कोई नवा वीर भैन जुड़िया होवे तो कृपा करके हैंड रेज करके अपनी इंट्रोडक्शन दे सकदे। तो एक बेनती करके समाप्ति है कि आप एक बार फिर रिव्यू कर लीए कि पिछले 3 महीनों च आप कोई मैगजीन बुक कराया या नहीं, अपना या अपने किसी मिलन वाले का। तो जिन्हों का कई बार ऐसा भी होंगे, वैसे तो इंटीमेशन आ जाती है, सानू आप भी वह रिकॉर्ड होना चाहिए कि जे साडा सबसक्रिप्शन खत्म है तो आप रिन्यू करिए। पर उस तो ज़्यादा जरूरी है आप किन्ने नवे मैंबर बनाए। तो आओ आप ये कोशिश करिए कि कॉरस्पोंडेंस कोर्स और मैगजीन के बहुत मैंबर बनाइए, जिहदे नाल उन्होंने कोई खास समा नहीं कढ़ना पेगा। जद भी उन्होंने समा होएगा वो पढ़ सकते हैं, गुरमत दी गल्लां सीख सकते हैं, लाहा लै सकते हैं। तो ये भी एक बड़ा वड्डा
ਤੁਹਾਡਾ ਸਭ ਦਾ ਸਾਡਾ ਯੋਗਦਾਨ ਹੋਏਗਾ, ਇਸ ਪਾਸੇ ਸਾਰੇ ਧਿਆਨ ਦੇ। ਸੋ ਸੰਗਤ ਜੀ, ਅੱਜ ਦੇ ਸਵਾਲ ਜਵਾਬ ਸੈਸ਼ਨ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਮੈਂ ਪੈਨਲ ਦੀ ਬਿਹਾਫ ਤੇ ਆਪ ਪਾਸੋਂ ਖਿਮਾ ਮੰਗਦਾ ਔਰ ਆਪ ਨੂੰ ਇਸੇ ਤਰ੍ਹਾਂ ਬੇਨਤੀ ਕਰਦਾ ਕਿ ਜਿਵੇਂ ਅੱਜ ਅਸੀਂ ਦੇਖਿਆ 2 ਸਵਾਲ ਤਾਂ ਲਿਟਰੇਚਰ ਨਾਲ ਸੰਬੰਧਿਤ ਸੀਗੇ, ਤਾਂ ਨਵੇਂ ਸਵਾਲ ਆਉਂਦੇ ਨੇ, ਸਾਨੂੰ ਵੀ ਚੰਗਾ ਲੱਗਦਾ, ਉਹਦਾ ਸਾਨੂੰ ਲਾਭ ਵੀ ਹੁੰਦਾ ਕਿ ਉਧਰ ਸਾਡੀ ਦੌੜ ਲੱਗਦੀ ਹੈ, ਪੈਨਲ ਮੈਂਬਰ ਲੱਭ ਕੇ ਲਿਆਉਂਦੇ ਨੇ, ਫਿਰ ਅਸੀਂ ਡਿਸਕਸ ਕਰਦੇ ਹਾਂ, ਫਿਰ ਤੁਹਾਡੇ ਨਾਲ ਕਰਦੇ ਹਾਂ, ਤੇ ਇਹਦੇ ਨਾਲ ਮੈਂ ਸਮਝਦਾ ਵੀ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ। ਤਾਂ ਆਓ ਕਿਰਪਾ ਕਰੋ ਇਸੇ ਤਰ੍ਹਾਂ ਆਪਣੇ ਸੁਝਾਅ ਵੀ ਭੇਜੋ, ਸਵਾਲ ਵੀ ਭੇਜੋ, ਕੋਈ ਹੋਰ ਵੀ ਨਵੀਂ ਗੱਲਬਾਤ ਹੋਵੇ, ਆਪਾਂ ਕੀ ਕਰ ਸਕਦੇ ਹਾਂ ਇਹਨਾਂ ਪ੍ਰੋਗਰਾਮਸ ਨੂੰ ਹੋਰ ਵਧੀਆ ਕਿਸ ਤਰ੍ਹਾਂ ਬਣਾਈਏ ਤੇ ਸਾਡੇ ਜਿਹੜੇ ਸੰਗਤ ਦਾ ਦਾਇਰਾ ਕਿਵੇਂ ਵੱਧ ਸਕਦਾ, ਇਹਦੇ ਬਾਰੇ ਸੰਗਤ ਜੀ ਜ਼ਰੂਰ ਸੋਚੋ। ਸਿਰਫ ਸੋਚੋ ਨਹੀਂ, ਕਿਰਪਾ ਕਰੋ ਕਿ ਸੰਗਤ ਵਧਾਓ। ਅਸੀਂ ਕੋਈ ਦੇਖੋ ਅੱਜ ਵੀ 80 ਦੇ ਗਲੇ 'ਚ ਤੁਰੇ ਫਿਰਦੇ ਹਾਂ, 3 ਸਾਲ ਇਸ ਸੰਪੂਰਨ ਕਰ ਲੈਣੇ ਤੇ 3 ਸਾਲ ਦਾ ਪ੍ਰੋਜੈਕਟ ਤੇ ਬੜਾ ਕੁਝ ਅੱਗੇ ਹੋਣਾ ਚਾਹੀਦਾ। ਚਲੋ ਸਤਿਗੁਰੂ ਦੀ ਕਿਰਪਾ ਮੰਗੀਏ, ਕਿਰਪਾ ਸਤਿਗੁਰੂ ਕੋਲੋਂ, ਤੇ ਹਿੰਮਤ ਕਰੀਏ ਤੇ ਆਪਾਂ ਇਹ ਜਿਹੜੀ ਨਫਰੀ ਹੈ ਉਹਨੂੰ ਵਧਾਈਏ। ਤੇ ਇੱਕ ਵਾਰ ਫਿਰ ਸਭ ਦਾ ਧੰਨਵਾਦ ਕਰਦਾ ਹੋਇਆ ਅਗਲੇ ਸੋਮਵਾਰ ਤੱਕ ਆਪਾਂ ਸੁਖਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।